ਸੁੰਦਰ ਸੁਨੈਨ ਜਨ ਰੂਪ ਮੈਨ, ਸੋਭਾ ਅਪਾਰ ਸੋਭਤ ਸੁਧਾਰ। ਸੁੰਦਰ ਸਰੂਪ ਸੋਭੰਤ ਭੂਪ, ਦਸ ਚਾਰਵੰਤ ਆਪਾ ਅਪੰਤ। ਗੁਣ ਗਨ ਅਪਾਰ ਸੁੰਦਰ ਉਦਾਰ, ਦਸ ਚਾਰਵੰਤ ਸੋਭਾ ਸੁਬੰਤ। ਦਸ ਗੁਣ ਪ੍ਰਵੀਨ ਪ੍ਰਭ ਕੋ ਅਧੀਨ, ਸੋਭਾ ਅਪਾਰ ਸੁੰਦਰ ਕੁਮਾਰ। ਸ਼ਾਸਤਰਗ ਸੁਧ ਕ੍ਰੋਧੀ ਸੁਜੁਧ, ਨਿਰਪ ਭਇਓ ਬੇਨ ਜਨ ਕਾਮ ਤੇਨ। ਖੂਨੀ ਸੋ ਖਗ ਜੋਧਾ ਅਭਗ, ਖਤਰੀ ਅਖੰਡ ਕ੍ਰੋਧੀ ਪ੍ਰਚੰਡ। ਸਤਰੂਣ ਕਾਲ ਕਾਢੀ ਕਰਵਾਲ, ਸਮ ਤੇਜ ਭਾਨ ਜਵਾਲਾ ਸਮਾਨ। ਜਬ ਜੁਰਤ ਜਾਂਗ ਨਹ ਮੁਰਤ ਅੰਗ, ਅਰ ਭਜਤ ਨੇਕ ਨ ਟਿਕਤ ਏਕ। ਥਰ ਹਰਤ ਭਾਨ ਕੰਪਤ ਦਿਸਾਨ, ਮੰਡਤ ਮਵਾਸ ਭਜਤ ਉਦਾਸ। ਥਰ ਹਰਤ ਵੀਰ ਪੰਬਰਤ ਭੀਰ, ਤਤ ਜੰਤ ਦੇਸ ਨਿਰਪ ਮਨ ਨਰੇਸ। ਚੰਜ ਕਿਤ ਚਾਂਦ ਤੰਦ ਕਿੰਤ ਇੰਦ, ਫਨ ਗਨ ਫਟੰਤ ਪੂਤਰ ਭਜੰਤ। ਸੁਜੰਤਾ ਛੰਦ ਜਸ ਠੋਰ ਠੋਰ ਰਸ ਸਭੋ ਸੁਨਿਓ, ਅਰ ਬ੍ਰਿੰਦ ਸੀਸ ਸਭੋ ਧੁਨਿਓ। ਜਗ ਜਗ ਸਾਜ ਭਲੇ ਕਰੇ, ਦੁਖ ਪੂੰਜ ਦੀਨਨ ਕੇ ਹਰੇ। ਜਸ ਠੋਰ ਠੋਰ ਸਭੋ ਸੁਨਿਓ, ਅਰ ਬ੍ਰਿੰਦ ਸੀਸ ਸਭੋ ਧੁਨਿਓ। ਜਗ ਜਗ ਸਾਜ ਭਲੇ ਕਰੇ, ਦੁਖ ਪੁੰਜ ਦੀਨਨ ਕੇ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਸ੍ਰੀ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰਉ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਉ ਬਾਰ ਬਾਰ ਜਗਦੀਸਾ। ਦੋਹਰਾ ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ,
ਬੰਦੋਂ ਕਰ ਅਨੁਰਾਗ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਵਿਨਾਸ਼ਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੰਜ ਬਸੈ ਲਭਪੁਰੀ ਕੇ, ਮੋਹਨ ਆਲਮ ਚੰਦ। ਜੋਦਾ ਜਲ ਹੋ ਤੁਲਸਪੁਰ, ਚਾਰੋਂ ਬੜੇ ਮਸੰਦ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ, ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਤੀਜੀ ਰਾਸ ਚੱਲ ਰਹੀ ਹੈ। ਕੱਲ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਬਹੁਤ ਸਾਰੇ ਗੁਰੂ ਕੇ ਸਿੱਖ ਦੂਰੋਂ ਨੇੜਿਓਂ ਚੱਲ ਕੇ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਮਹਾਨ ਪੁੰਜ, ਨਾਮ ਬਾਣੀ ਦੇ ਬੋਹਿਤ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੁੱਜ ਰਹੇ ਹਨ। ਆਪੋ ਆਪਣਾ ਸਵਾਲ ਕਰਦੇ ਹਨ, ਗੁਰੂ ਸਾਹਿਬ ਜੀ ਉੱਤਰ ਦੇ ਕੇ ਨਿਹਾਲ ਕਰਦੇ ਹਨ। ਕੱਲ ਦੇ ਪ੍ਰਕਰਨ ਅੰਦਰ ਜਿਵੇਂ ਤਿੰਨ ਸਿੱਖ ਆਏ ਹਨ, ਗੋਇੰਦ, ਗੋਲਾ ਤੇ ਮੋਹਨ, ਇਹ ਤਿੰਨਾਂ ਨੇ ਆ ਕੇ ਬੇਨਤੀ ਕੀਤੀ, ਗੁਰੂ ਗਰੀਬ ਨਿਵਾਜ, ਸਾਡੇ ਦੁਰਲਭ ਦੇਹ ਕਾ ਕਰੋ ਉਧਾਰ। ਮਹਾਰਾਜ, ਸਾਡਾ ਮਨੁੱਖਾ ਜਨਮ ਕਿਵੇਂ ਸਫਲ ਹੋਵੇ, ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਨੇ ਕਿਹਾ, ਪਰਮੇਸ਼ਰ ਦਾ ਨਾਮ ਜਪੋ, ਪਾਪ ਕਰਮਾਂ ਤੋਂ ਬਚੋ, ਧਰਮ ਕਰਮ ਕਰੋ। ਪੰਚਮ ਪਿਤਾ ਜੀ ਨੇ ਜਿਵੇਂ ਸਹਿਜ ਕੀਰਤੀ ਵਿੱਚ ਉਚਾਰਨ ਕੀਤਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ। ਨਾਮ ਨੂੰ ਦ੍ਰਿੜ ਕਰੋ, ਲੋਭ ਦਾ ਤਿਆਗ ਕਰੋ, ਸਰਣ ਸੰਤੰ, ਸੰਤਾਂ ਦੀ ਸ਼ਰਨ ਵਿੱਚ ਆਓ ਤਾਂ ਸਾਰੇ ਕਿਲਵਿਖ ਪਾਪ ਨਾਸ਼ ਹੋ ਜਾਣਗੇ। ਪ੍ਰਾਪਤੰ ਧਰਮ ਲਖਣ ਨਾਨਕ ਜਿਹ ਸੋ ਪ੍ਰਸੰਨ ਮਾਧਵਹਿ। ਜਿਸ ਦੇ ਉੱਪਰ ਮਾਇਆਪਤੀ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਉਸ ਨੂੰ ਧਰਮ ਦੇ ਸਾਰੇ ਚਿੰਨ੍ਹ ਲੱਛਣ ਪ੍ਰਾਪਤ ਹੋ ਜਾਂਦੇ ਹਨ। ਵੇਦਾਂਤੀਆਂ ਨੇ ਧਰਮ ਦੇ 10 ਚਿੰਨ੍ਹ ਕਥਨ ਕੀਤੇ ਹਨ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਸ਼ੌਚ, ਤ੍ਰਿਸ਼ਨਾ ਬਿਨਾ, ਧਰਮ, ਲਿੰਗ, 10 ਜਾਨ।
ਧਰਮ ਦੇ 10 ਲਿੰਗ 10 ਲੱਛਣ ਹਨ, ਉਹ ਸਾਰੇ ਦੇ ਸਾਰੇ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਤਾਂ ਤਿੰਨਾਂ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ, ਭਾਈ ਨਾਮ ਜਪੋ ਔਰ ਧਰਮ ਦੀ ਕਿਰਤ ਕਰੋ, ਪਾਪ ਨਾ ਕਰੋ। ਜਦੋਂ ਰਾਮ ਨਾਮ ਦਾ ਸਿਮਰਨ ਕਰੋਗੇ ਤੁਹਾਡੇ ਪਿਛਲੇ ਪਾਪ ਸਾਰੇ ਬਖਸ਼ੇ ਜਾਣਗੇ। ਅੱਗੋਂ ਪਾਪ ਨਾ ਕਰਨ ਦੀ ਸਹੁੰ ਚੁੱਕੋ। ਵਾਹਿਗੁਰੂ ਬਖਸ਼ੰਦ ਜ਼ਰੂਰ ਹੈ, ਪਰ ਉਹਨਾਂ ਦੇ ਪਾਪਾਂ ਨੂੰ ਗੁਨਾਹਾਂ ਨੂੰ ਬਖਸ਼ਦਾ ਹੈ ਜੋ ਅੱਗੋਂ ਪਾਪ ਨਾ ਕਰਨ ਦੀ ਸਹੁੰ ਚੁੱਕੇ। ਜਿਸ ਨੇ ਮੁੜ ਕੇ ਬਾਰੰਬਾਰ ਪਾਪ ਕਰਨੇ ਹਨ ਉਹ ਬਖਸ਼ੇ ਨਹੀਂ ਜਾਂਦੇ। ਸੋ ਤੁਹਾਡੇ ਪਿਛਲੇ ਪਾਪ ਸਾਰੇ ਨਾਸ਼ ਹੋ ਜਾਣਗੇ। ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕਰਕੇ ਤਿੰਨਾਂ ਨੇ ਕਮਾਈ ਕੀਤੀ, ਨਾਮ ਸਿਮਰਨ ਕਰਨ ਲੱਗੇ, ਪਾਪ ਕਰਮਾਂ ਤੋਂ ਸੰਕੋਚ ਕਰਦੇ ਹਨ। ਇਸ ਤਰ੍ਹਾਂ ਉਹਨਾਂ ਦਾ ਜੀਵਨ ਸਫਲ ਹੋਇਆ। ਤਿੰਨਾਂ ਨੇ ਕੇਵਲ ਮੁਕਤੀ ਪਰਮ ਗਤੀ ਪਾਈ। ਹੁਣ ਅਗਲੇ ਪ੍ਰਕਰਨ ਅੰਦਰ ਜਿਵੇਂ ਗੁਰੂ ਕੇ ਪਿਆਰੇ ਸਿੱਖ ਆ ਰਹੇ ਹਨ, ਜਿਵੇਂ ਬੇਨਤੀ ਕਰਨਗੇ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਉਪਦੇਸ਼ ਦੇ ਕੇ ਉਹਨਾਂ ਦਾ ਉଦ୍धार ਕਰਦੇ ਹਨ। ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਗੰਜ ਬਸੈ ਲਵਪੁਰੀ ਕੇ, ਮੋਹਣ ਆਲਮ ਚੰਦ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਗੰਜ ਇੱਕ ਬਾਜ਼ਾਰ ਦਾ ਨਾਮ ਹੈ। ਲਾਹੌਰ ਸ਼ਹਿਰ ਦੇ ਗੰਜ ਨਾਮੇ ਬਾਜ਼ਾਰ ਵਿੱਚ ਰਹਿਣ ਵਾਲੇ ਭਾਈ ਮੋਹਨ ਤੇ ਆਲਮ ਚੰਦ ਜੀ। ਜੋਧਾ ਜਲਹੁ ਤੁਲਸਪੁਰ, ਚਾਰੋ ਬੜੇ ਮਸੰਦ। ਇਹ ਚਾਰੇ ਵੱਡੇ ਮਸੰਦ ਹਨ, ਭਾਈ ਜੋਧਾ ਜੌਲ ਜੀ। ਤੇ ਇਹ ਚਾਰੇ ਲਾਹੌਰ ਸ਼ਹਿਰ ਦੇ ਗੰਜ ਨਾਮੇ ਬਾਜ਼ਾਰ ਵਿੱਚ ਰਹਿਣ ਵਾਲੇ ਵੱਡੇ ਮਸੰਦ ਸਨ। ਚੌਪਈ ਸ੍ਰੀ ਅਰਜਨ ਕੀ ਸੇਵਾ ਕਰਹੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੀ ਸੇਵਾ ਕਰਦੇ ਹਨ। ਆਨ ਹੈ ਧਨ ਸਿੱਖਾਂ ਨੂੰ ਮਹਿ ਫਿਰਹੀ, ਗੁਰੂ ਕੇ ਸਿੱਖਾਂ ਵਿੱਚ ਫਿਰ ਕੇ ਵਿਚਰ ਕੇ ਦਸਵੰਧ ਦੀ ਮਾਇਆ ਇਕੱਠੀ ਕਰਕੇ ਲਿਆਉਂਦੇ ਹਨ। ਗੁਰੂ ਵਿਰਾਟ ਕਾ ਖਾਹੇ ਨਾ ਆਪ, ਗੁਰੂ ਘਰ ਦੀ ਦਸਵੰਧ ਦੀ ਮਾਇਆ ਵਿੱਚੋਂ ਇੱਕ ਕੌਡੀ ਵੀ ਨਹੀਂ ਖਾਂਦੇ ਹਨ। ਜਾਨ ਇਹ ਵਿਸਾਲ ਹੈ ਪਾਪ, ਉਹ ਚਾਰੇ ਮਸੰਦ ਜਾਣਦੇ ਹਨ ਕਿ ਦਸਵੰਧ ਦੀ ਮਾਇਆ, ਪੂਜਾ ਦੀ ਮਾਇਆ ਖਾਣਾ ਇਹ ਸਭ ਵੱਡਾ ਪਾਪ ਹੈ। ਮੇਲ ਹੈ ਆਹਾਰ ਵਿਖੈ ਜਿਮ ਮਾਖੀ, ਜਿਵੇਂ ਭੋਜਨ ਵਿੱਚ ਮੱਖੀ ਰਲ ਜਾਵੇ। ਬਾਮਨ ਕਰਾਵੈ ਰਹਿ ਨ ਰਾਖੀ, ਉਹ ਪੇਟ ਵਿੱਚ ਭੋਜਨ ਰੱਖਿਆ ਉਹ ਰਹਿੰਦਾ ਨਹੀਂ, ਉਹ ਉਲਟੀ ਹੋ ਜਾਂਦੀ ਹੈ। ਤਿਉ ਗੁਰ ਕੇ ਧਨ ਕਰੇ ਦੁਰਾਵਨ, ਇਸ ਤਰ੍ਹਾਂ ਜੋ ਗੁਰੂ ਘਰ ਦਾ ਧਨ ਦੁਰਾਵਨ ਛਪਾਉਣਾ ਕਰਦਾ ਹੈ। ਸਰਬ ਪਦਾਰਥ ਕਰੈ ਨਸਾਵਨ, ਉਹ ਆਪਣੇ ਪਹਿਲੇ ਵੀ ਸਾਰੇ ਪਦਾਰਥਾਂ ਨੂੰ ਨਾਸ਼ ਕਰ ਲੈਂਦਾ ਹੈ। ਹਰ ਸਰੀਰ ਕੋ ਦੇ ਕਰ ਛੀਨ, ਉਸਦੇ ਸਰੀਰ ਦਾ ਵੀ ਛੀਨ ਨਾਸ਼ ਹੋ ਜਾਂਦਾ ਹੈ। ਜਾਂ ਤੇ ਨਹੀਂ ਛਪਾਏ ਪ੍ਰਵੀਨ, ਪ੍ਰਵੀਨ ਚਤੁਰ ਸਿਆਣੇ ਜਿਹੜੇ ਹਨ ਗੁਰੂ ਘਰ ਦੀ ਦਸਵੰਧ ਦੀ ਮਾਇਆ ਛਿਪਾਉਂਦੇ ਨਹੀਂ ਹਨ। ਜਾਂ ਤੇ ਨਹੀਂ ਛਿਪਾਏ ਪ੍ਰਵੀਨ, ਜਿਹੜੇ ਪ੍ਰਵੀਨ ਚਤੁਰ ਸਿਆਣੇ ਮਸੰਦ ਇਮਾਨਦਾਰ ਮਸੰਦ ਹਨ। ਕਈ ਤਾਂ ਚੇਤੋ ਵਰਗੇ ਵੱਡੇ ਹੰਕਾਰੀ ਤ੍ਰਿਸ਼ਨਾਲੂ ਮਸੰਦ ਸਨ, ਜਿਨ੍ਹਾਂ ਨੂੰ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਕੜਾਹੇ ਵਿੱਚ ਪਾ ਕੇ ਸਾੜਿਆ ਸੀ। ਉਹ ਬੜੇ ਬੇਈਮਾਨ ਸਨ, ਦੁਸ਼ਟ ਹੰਕਾਰੀ ਸਨ। ਪਰ ਪਹਿਲਾਂ ਪੰਚਮ ਪਾਤਸ਼ਾਹ ਜੀ ਦੇ ਵੇਲੇ ਸਾਰੇ ਮਸੰਦ ਜਿਹੜੇ ਸਨ ਉਹ ਇਮਾਨਦਾਰ ਸਨ। ਜਿੱਥੋਂ ਕਿੱਥੋਂ ਸਿੱਖਾਂ ਵਿੱਚ ਵਿਚਰ ਕੇ ਦਸਵੰਧ ਦੀ ਮਾਇਆ ਇਮਾਨਦਾਰੀ ਦੇ ਨਾਲ ਲਿਆ ਕੇ
ਅਰਪਣ ਕਰਦੇ ਸਨ। ਸੋ ਚਾਰੋਂ ਇੱਕ ਦਿਨ ਰਬ ਚੜੇ। ਉਹ ਚਾਰੇ ਵੱਡੇ ਮਸੰਦ ਲਾਹੌਰ ਦੇ ਇੱਕ ਰਥ ਤੇ ਚੜ ਕਰਕੇ ਆਏ ਦਰਸ ਹਿਤ ਆਨੰਦ ਬੜੇ। ਬਹੁਤ ਆਨੰਦ ਦੇ ਸਹਿਤ ਚਾਰੇ ਮਸੰਦ ਵੱਡੇ ਮਸੰਦ ਚੱਲ ਕੇ ਆਏ। ਕੇਤਕ ਪੰਥ ਜਬਹਿ ਚਲ ਆਏ। ਜਦੋਂ ਲਾਹੌਰੋਂ ਚੱਲ ਕੇ ਆ ਰਹੇ ਸਨ, ਕਿਤਨਾ ਰਸਤਾ ਲੰਘ ਚੁੱਕੇ। ਨਿਕਸਿਓ ਏਕ ਸਰਪ ਅਗਵਾਏ। ਉਹਨਾਂ ਦੇ ਰਥ ਦੇ ਅੱਗੇ ਇੱਕ ਵੱਡਾ ਫਨੀਅਰ ਬਿਕਦਰ ਸੱਪ ਨਿਕਲਿਆ। ਫਣ ਬਿਲਾਂ ਦੀ ਕੋ ਕਰ ਕੈ ਊਚਾ। ਆਪਣੇ ਵੱਡੇ ਫਣ ਨੂੰ ਚੌੜਾ ਕਰਕੇ ਫੈਲਾ ਕਰਕੇ ਉੱਚਾ ਕਰਕੇ ਖੜਾ ਹੋ ਗਿਆ। ਸਨਮੁਖ ਰਤ ਕੇ ਆਏ ਪਹੁੰਚਾ। ਉਹ ਬਿਕਦਰ ਸੱਪ ਰਥ ਦੇ ਸਨਮੁਖ ਆ ਪਹੁੰਚਿਆ। ਕਰੀ ਅਪਰ ਦਿਸ ਰਥ ਤਿਸ ਹੇਰ। ਚਾਰੇ ਮਸੰਦਾਂ ਨੇ ਉਸ ਫਨੀਅਰ ਸੱਪ ਨੂੰ ਦੇਖ ਕਰਕੇ ਰਥ ਦੂਜੇ ਪਾਸੇ ਕਰ ਲਿਆ। ਜਿਤ ਕੋ ਸਮੁਖ ਪਇਓ ਇਹ ਫੇਰ। ਪਰ ਉਹ ਇਹ ਸੱਪ ਜਿਹੜਾ ਹੈ ਫਿਰ ਦੂਜੇ ਪਾਸੇ ਰਥ ਦੇ ਸਨਮੁਖ ਆ ਖੜਾ ਹੋਇਆ। ਮੋਹਣ ਦੇਖ ਉਤਰ ਤਬ ਪਰਿਓ। ਚਾਰੇ ਮਸੰਦਾਂ ਚੋਂ ਭਾਈ ਮੋਹਨ ਰਥ ਤੋਂ ਹੇਠਾਂ ਉਤਰ ਆਇਆ। ਇੱਕ ਘਟ ਲੈ ਇਹ ਆਗੇ ਧਰਿਓ। ਇੱਕ ਘੜਾ ਲੈ ਕੇ ਸੱਪ ਦੇ ਅੱਗੇ ਰੱਖਿਆ। ਕਹਿਓ ਦਰਸ ਗੁਰ ਕੋ ਜੇ ਚਾਹੇ। ਹੇ ਭਾਈ ਸੱਪ ਨੂੰ ਸੰਬੋਧਨ ਕਰਕੇ ਭਾਈ ਮੋਹਨ ਆਖਣ ਲੱਗਿਆ, ਜੇ ਤੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤੋ ਪ੍ਰਵੇਸ਼ ਕਰ ਇਸ ਘਟ ਮਾਹੇ। ਤਾਂ ਇਸ ਘੜੇ ਵਿੱਚ ਤੂੰ ਪ੍ਰਵੇਸ਼ ਕਰਨਾ ਕਰ। ਪੰਨੰਗ ਬਰਿਓ ਵਿੱਚ ਤਤਕਾਲ। ਉਹ ਪੰਨੰਗ ਸੱਪ ਜਿਹੜਾ ਹੈ ਛੇਤੀ ਹੀ ਘੜੇ ਦੇ ਵਿੱਚ ਸਮਾ ਗਿਆ। ਮੁਖ ਆਛਾਦ ਕਟੋਰੇ ਨਾਲ। ਭਾਈ ਮੋਹਨ ਮਸੰਦ ਨੇ ਛੇਤੀ ਕਟੋਰੇ ਦੇ ਨਾਲ ਘੜੇ ਦਾ ਮੂੰਹ ਢੱਕ ਦਿੱਤਾ। ਰਥ ਮੈਂ ਧਰ ਕਰ ਆਏ ਸੁਦਾਸਰ। ਔਰ ਰਥ ਵਿੱਚ ਉਹ ਘੜੇ ਨੂੰ ਰੱਖ ਕਰਕੇ ਅੰਮ੍ਰਿਤਸਰ ਸਾਹਿਬ ਆਏ। ਪ੍ਰਥਮੈ ਡੇਰਾ ਕੀਨ ਉਤਰ ਕਰ। ਉਹ ਉਤਰ ਕਰਕੇ ਪਹਿਲਾਂ ਡੇਰਾ ਕੀਤਾ। ਪੁਨ ਸ੍ਰੀ ਅਰਜਨ ਕੇ ਟਿਕ ਆਏ। ਫਿਰ ਤਿਆਰ ਹੋ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ। ਹੱਥ ਬੰਦ ਕਰ ਮਾਥ ਨਿਵਾਏ। ਦੋਨੇ ਹੱਥ ਜੋੜ ਕੇ ਸੀਸ ਨਿਵਾ ਕੇ ਨਿਮਰਤਾ ਸਹਿਤ ਨਮਸਕਾਰ ਕੀਤੀ, ਮੱਥਾ ਟੇਕਿਆ। ਕਹਿਓ ਗੁਰੂ ਤੁਮ ਕੇਤਕ ਅਹੋ। ਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਤੁਸੀਂ ਕਿਤਨੇ ਸਿੱਖ ਹੋ? ਦਰਸ਼ਨ ਹਿਤ ਆਏ ਸੋ ਕਹੋ। ਦਰਸ਼ਨ ਵਾਸਤੇ ਕਿਤਨੇ ਕੁ ਸਿੱਖ ਤੁਸੀਂ ਚੱਲ ਕੇ ਆਏ ਹੋ, ਕਹੋ। ਸੁਨ ਕੈ ਕਹਿਓ ਗਰੀਬ ਨਿਵਾਜ। ਚਾਰੇ ਮਸੰਦਾਂ ਨੇ ਸੁਣ ਕੇ ਕਿਹਾ, ਹੈ ਗੁਰੂ ਗਰੀਬ ਨਿਵਾਜ, ਹਮ ਚਾਰੋ ਪ੍ਰਾਪਤ ਭੇ ਆਜ। ਹੇ ਮਹਾਰਾਜ, ਅਸੀਂ ਚਾਰ ਮਸੰਦ ਆਪ ਜੀ ਦੀ ਹਜ਼ੂਰੀ ਵਿੱਚ ਆ ਪਹੁੰਚੇ ਹਾਂ। ਗੁਰ ਬੋਲੇ ਸਿੱਖ ਪੰਚੋ ਇਹੋ। ਗੁਰੂ ਸਾਹਿਬ ਨੇ ਕਿਹਾ, ਤੁਸੀਂ ਚਾਰ ਨਹੀਂ, ਤੁਸੀਂ ਪੰਜ ਸਿੱਖ ਹੋ। ਪੰਚਨ ਕੋ ਪ੍ਰਸਾਦ ਇਨ ਦੇਹੋ। ਫਿਰ ਆਪਣੇ ਸਿੱਖ ਨੂੰ ਕਿਹਾ ਕਿ ਇਹਨਾਂ ਪੰਜਾਂ ਨੂੰ ਪ੍ਰਸਾਦ ਦੇਣਾ ਕਰੋ। ਘਟ ਮਹਿ ਮੇਲ ਸਰਪ ਕੁਜੋ ਆਨਾ। ਗੁਰੂ ਸਾਹਿਬ ਨੇ ਕਿਹਾ, ਘੜੇ ਵਿੱਚ ਜੋ ਸੱਪ ਪਾ ਕੇ ਲਿਆਂਦਾ ਹੈ, ਪੂਰਬ ਜਨਮ ਮਸੰਦ ਮਹਾਨਾ। ਪੂਰਬਲੇ ਜਨਮ ਵਿੱਚ ਇਹ ਵੱਡਾ ਮਸੰਦ ਸੀ। ਰੀਤਾ ਹੰਕਾਰੀ ਵਿਖੈ ਰਹਿ ਪਾਗੇ। ਔਰ ਹਿਰਦੇ ਵਿੱਚ ਬਹੁਤ ਹੰਕਾਰ ਭਰਿਆ ਹੋਇਆ ਸੀ, ਹੰਕਾਰ ਵਿੱਚ ਲੱਗ ਰਿਹਾ ਸੀ। ਨਹੀਂ ਨਿਮਿਓ ਇਹ ਸਿੱਖਣ ਆਗੇ। ਇਹ ਵੱਡਾ ਹੰਕਾਰੀ ਮਸੰਦ ਕਿਸੇ ਸਿੱਖ ਦੇ ਅੱਗੇ ਨਿਉਂਦਾ ਨਹੀਂ ਸੀ। ਜਾਂ ਤੇ ਫਣ ਊਚੋ ਗਤ ਪਾਈ। ਤਾਂ ਤੇ ਉੱਚੇ ਫਣ ਵਾਲੀ ਗਤੀ ਪਾਈ ਹੈ। ਹਰ ਇਨ ਗੁਰ ਕੀ ਕਾਰ ਛਪਾਈ। ਅਤੇ ਇਸ ਮਸੰਦ ਨੇ ਹੰਕਾਰੀ ਲਾਲਚੀ ਮਸੰਦ ਨੇ ਗੁਰੂ ਘਰ ਦੀ ਕਾਰ ਭੇਟਾ ਛਿਪਾਈ ਸੀ। ਜਾਂ ਤੇ ਬਣਿਓ ਸਰਪ ਬੇਪੂਰ। ਇਸੇ ਕਰਕੇ ਬਿਖਦਰ ਵੱਡਾ ਫਨੀਅਰ ਨਾਗ ਬਣਿਆ ਹੈ। ਅਬ ਲਿਆਵੋ ਹਮਰੇ ਸੋ ਹਜੂਰ। ਹੁਣ ਤੁਸੀਂ ਸਾਡੇ ਹਜ਼ੂਰੀ ਵਿੱਚ ਲਿਆਉਣਾ ਕਰੋ ਉਸ ਫਨੀਅਰ ਨਾਗ ਨੂੰ। ਸੋ ਸਾਧ ਸੰਗਤ ਜੀ, ਭਗਤ ਤਰਲੋਚਨ ਜੀ ਨੇ ਆਪਣੀ ਬਾਣੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਚਾਰਨ ਕੀਤਾ ਹੈ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ ਸਰਬ ਜੋਨ ਬਲ ਬਲ ਅਵਤਰੈ। ਅੰਤਮ ਸਮੇਂ ਮਰਨ ਲੱਗਿਆਂ ਦੀ ਵਾਸਨਾ ਮਾਇਆ ਵਿੱਚ ਹੁੰਦੀ ਹੈ, ਜਿਸ ਦੀ ਉਹ ਮਰ ਕੇ ਸਰਬ ਜੂਨ ਵਿੱਚ ਪੈਂਦਾ ਹੈ।
ਸੋ ਗੁਰੂ ਸਾਹਿਬ ਨੇ ਕਿਹਾ ਉਸ ਨੂੰ ਘੜੇ ਸਹਿਤ ਫਨੀਅਰ ਨਾਗ ਨੂੰ ਸਾਡੇ ਪਾਸ ਲਿਆਉਣਾ ਕਰੋ। ਸੁਨ ਗੁਰਬਾਕ ਉਠਾਏ ਸੋ ਲਿਆਏ। ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕਰਕੇ ਚਾਰੇ ਮਸੰਦ ਉਹ ਘੜਾ ਚੁੱਕ ਕੇ ਲਿਆਏ। ਧਰ ਦੀਵਾਨ ਮਹਿ ਮੁਖ ਉਗਰਾਏ। ਦੀਵਾਨ ਵਿੱਚ ਰੱਖ ਕਰਕੇ ਘੜੇ ਦਾ ਮੂੰਹ ਖੋਲਿਆ। ਫਣ ਉਠਾਏ ਕਰ ਨਿਕਸਿਓ ਬਾਹਰ। ਉਹ ਸਭ ਜੋ ਘੜੇ ਵੀ ਸੀ ਫਣ ਚੁੱਕ ਕਰਕੇ ਬਾਹਰ ਨਿਕਲ ਆਇਆ। ਹਰੋ ਸਭਿਨ ਮਹਿ ਹੇਰਿਓ ਜਾਹਰ। ਸਾਰਿਆਂ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਫਣ ਉੱਚਾ ਚੁੱਕ ਕਰਕੇ ਖੜਾ ਹੋ ਗਿਆ। ਸਾਰਿਆਂ ਨੇ ਦੇਖਣਾ ਕੀਤਾ। ਗੁਰੂ ਕਹਿਓ ਸਰ ਅੰਮ੍ਰਿਤ ਆਨੋ। ਗੁਰੂ ਸਾਹਿਬ ਨੇ ਕਿਹਾ ਕਿ ਸਰੋਵਰ ਚੋਂ ਅੰਮ੍ਰਿਤ ਲਿਆਉਣਾ ਕਰੋ। ਸਭ ਤਨ ਪਰ ਛਿੜਕਾਵਨ ਠਾਨੋ। ਔਰ ਇਹ ਸਭ ਦੇ ਸਾਰੇ ਸਰੀਰ ਉੱਪਰ ਅੰਮ੍ਰਿਤ ਜਲ ਛਿੜਕਣਾ ਕਰੋ। ਸੋ ਸਾਧ ਸੰਗਤ ਜੀ, ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਹਨ ਸਰੋਵਰ ਤੋਂ ਅੰਮ੍ਰਿਤ ਲਿਆਉਣਾ ਕਰੋ। ਸਰੋਵਰ ਦਾ ਜਲ ਅੰਮ੍ਰਿਤ ਰੂਪ ਹੈ। ਪਰ ਨਿੰਦਕ ਨਾਸਤਕ ਲੋਕ ਕਹਿੰਦੇ ਹਨ ਕਿ ਤਾਂ ਆਮ ਪਾਣੀ ਹੈ। ਉਹ ਅੰਮ੍ਰਿਤ ਜਲ ਨਹੀਂ ਮੰਨਦੇ, ਆਮ ਪਾਣੀ ਸਮਝਦੇ ਹਨ। ਹਰਿਮੰਦਰ ਸਾਹਿਬ ਨੂੰ ਆਮ ਬਿਲਡਿੰਗ ਸਮਝਦੇ ਹਨ, ਕਹਿੰਦੇ ਹਨ। ਉਹ ਐਸੇ ਨਾਸਤਕਾਂ ਦਾ ਕਥਨ ਹੈ। ਪਰ ਗੁਰੂ ਸਾਹਿਬ ਜੀ ਇੱਥੇ ਸਪਸ਼ਟ ਕਰ ਰਹੇ ਹਨ ਸਿੱਖਾਂ ਨੂੰ, ਕਿਹਾ ਭਾਈ ਸਰੋਵਰ ਚੋਂ ਅੰਮ੍ਰਿਤ ਲਿਆਓ, ਸਾਰੇ ਸਰੀਰ ਦੇ ਉੱਪਰ ਛਿੜਕਣਾ ਕਰੋ। ਤਤ ਛਿਨ ਐ ਤਨ ਤਿਆਗ ਦਇਓ ਹੈ। ਜਦੋਂ ਅੰਮ੍ਰਿਤ ਜਲ ਛਿੜਕਣਾ ਕੀਤਾ ਤਦ ਛਿਨ ਉਹ ਸਭ ਨੇ ਸਰਬ ਜੂਨ ਤਿਆਗ ਦਿੱਤੀ, ਸਭ ਦੀ ਦੇਹੀ ਤਿਆਗ ਦਿੱਤੀ। ਰੂਪ ਪ੍ਰਕਾਸ਼ ਆਕਾਸ਼ ਗਇਓ ਹੈ। ਬਹੁਤ ਰੂਪਵਾਨ ਪ੍ਰਕਾਸ਼ ਹੋਇਆ, ਆਕਾਸ਼ ਨੂੰ ਗਿਆ। ਸ੍ਰੀ ਅੰਮ੍ਰਿਤ ਸਰ ਦਰਸ਼ਨ ਕਰੇ। ਜੋ ਅੰਮ੍ਰਿਤਸਰ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਦਾ, ਹਰਿਮੰਦਰ ਸਾਹਿਬ ਦੇ ਦਰਸ਼ਨ ਪਰਸ਼ਨ ਕਰਦਾ ਹੈ। ਅਨਕ ਅਗਨ ਕੋ ਸੋ ਨਰ ਹਰੇ। ਉਹ ਸਾਰੇ ਪਾਪਾਂ ਨੂੰ ਹਰਨ ਵਾਲਾ ਅੰਮ੍ਰਿਤ ਰੂਪ ਜਲ ਹੈ। ਪੰਚਮ ਪਿਤਾ ਜੀ ਨੇ ਆਪ ਇਸ ਦਾ ਮਹੱਤਮ ਸੋਰਠ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਚਾਰਨ ਕੀਤਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁਲ ਤਰਾਵੈ। ਉਧਾਰ ਹੁਆ ਹੈ ਜੀ ਕਾ। ਸਾਰੇ ਜੀਵਾਂ ਦਾ ਉਧਾਰ ਹੁੰਦਾ ਹੈ। ਅੰਮ੍ਰਿਤਸਰ ਸਰੋਵਰ ਦੀ ਮਹਿਮਾ ਦੱਸ ਰਹੇ ਹਨ। ਜੋ ਸਰਧਾ ਸੰਗ ਕਰਹਿ ਸਨਾਨ। ਜੋ ਸਰਦਾ ਭਾਵਨਾ ਦੇ ਨਾਲ ਸਰੋਵਰ ਦੇ ਜਲ ਵਿੱਚ ਇਸ਼ਨਾਨ ਕਰਦਾ ਹੈ, ਤਿਨ ਕੋ ਕਿਉ ਨਾ ਹੋਏ ਕਲਿਆਣ। ਉਹਨਾਂ ਦਾ ਕਲਿਆਣ ਕਿਉਂ ਨਾ ਹੋਵੇ। ਢੇਸੀ ਜੋਧ ਵਿਪਰ ਸੰਗ ਜਾਤੀ। ਔਰ ਬ੍ਰਾਹਮਣ ਜਾਤੀ ਦਾ ਜੋਧ ਦੇ ਨਾਲ ਢੇਸੀ। ਗੁਰ ਕੀ ਸਰਣ ਜਾਣ ਸੁਖ ਦਾਤੀ। ਗੁਰਾਂ ਦੀ ਸ਼ਰਨ ਨੂੰ ਸੁਖ ਦੇਣ ਵਾਲੀ ਜਾਣ ਕਰਕੇ ਆਏ ਚਲ ਸ੍ਰੀ ਅਰਜਨ ਪਾਸ। ਔਰ ਬ੍ਰਾਹਮਣ ਜਾਤੀ ਦਾ ਭਾਈ ਜੋਧ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ। ਨਮੋ ਕੀ ਨਠਾਨੀ ਅਰਦਾਸ। ਔਰ ਨਮਸਕਾਰ ਕਰਕੇ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ। ਵਿਪਰ ਜੇ ਪੰਡਤ ਦੀਰਗ ਆਹੇ। ਹੇ ਗੁਰੂ ਗਰੀਬ ਨਿਵਾਜ ਬ੍ਰਾਹਮਣ ਜਿਹੜੇ ਵੱਡੇ ਪੰਡਤ ਹਨ, ਹਮ ਕੋ ਲੇਤ ਨ ਪੰਗਤ ਮਾਹੇ। ਸਾਨੂੰ ਆਪਣੀ ਪੰਗਤ ਵਿੱਚ ਸ਼ਾਮਿਲ ਨਹੀਂ ਕਰਦੇ। ਬੈਠ ਸਭਿਨ ਮੈਂ ਹਮ ਹੋ ਸੁਨਾਇਓ। ਸਾਰੇ ਬ੍ਰਾਹਮਣਾਂ ਵਿੱਚ ਬੈਠ ਕੇ ਸਾਨੂੰ ਇਉਂ ਸੁਣਾਉਂਦੇ ਹਨ, ਜਗਤ ਗੁਰੂ ਤੁਮ ਤਿਜ ਤਨ ਪਾਇਓ। ਕਿ ਤੂੰ ਬ੍ਰਾਹਮਣਾਂ ਦਾ ਸਰੀਰ ਪਾਇਆ ਹੈ। ਬ੍ਰਾਹਮਣ ਸਾਰੇ ਜਗਤ ਦਾ ਗੁਰੂ ਅਖਵਾਉਂਦਾ ਹੈ। ਜਿਵੇਂ ਭਗਤ ਕਬੀਰ ਜੀ ਨੇ ਇੱਕ ਸ਼ਲੋਕ ਵਿੱਚ ਉਚਾਰਨ ਕੀਤਾ ਹੈ, ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ। ਸਾਰੇ ਜਗਤ ਦਾ ਗੁਰੂ ਬ੍ਰਾਹਮਣ ਮੰਨਿਆ ਹੈ ਔਰ ਸਾਰੇ ਬ੍ਰਾਹਮਣਾਂ ਦਾ ਗੁਰੂ ਸੰਨਿਆਸੀ ਮੰਨਿਆ ਹੈ, ਪਰ ਭਗਤਾਂ ਦਾ ਗੁਰੂ ਨਹੀਂ। ਭਗਤਾਂ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਹੈ। ਸੋ ਤੂੰ ਬ੍ਰਾਹਮਣ ਦੇਹੀ ਪਾਈ ਹੈ, ਸਾਰੇ ਜਗਤ ਦਾ ਗੁਰੂ ਹੈ। ਖੱਤਰੀ ਕੇ ਸਿੱਖ ਹੋਏ ਜਾਏ। ਪਰ ਤੂੰ ਖੱਤਰੀ ਗੁਰੂ ਦੇ ਪਾਸ ਜਾ ਕਰਕੇ ਸਿੱਖ ਹੋਇਆ ਹੈ। ਗੰਗਾ ਅਪਰ ਜੇ ਕਾਂਸੀ ਤਾਂਬ। ਗੰਗਾ ਤੋਂ ਆਦਿਕ ਜਿਹੜੇ ਕਾਂਸੀ ਆਦਿਕ ਸਥਾਨ ਹਨ, ਵਿਸ਼ਨ ਸੁ ਮਹਾਦੇਵਪੁਰ ਇਹੀ। ਵਿਸ਼ਨੂੰ ਅਤੇ ਸ਼ਿਵ ਜੀ ਦੀ ਇਹ ਪੁਰੀ ਹੈ। ਸੋ ਤਿਆਗੇ ਤੁਮ ਸੇਵ ਹੋ ਨਹੀਂ।
ਔਰ ਉਸ ਕਾਂਸੀ ਨੂੰ ਤੀਰਥ ਨੂੰ ਛੱਡ ਕਰਕੇ ਔਰ ਤੁਸੀਂ ਸੇਵਨਾ ਨਹੀਂ ਕਰਦੇ, ਜਦ ਕਿ ਸ਼ਿਵਾ ਨੇ ਜੋ ਕਾਂਸੀ ਨਗਰੀ ਵਸਾਈ ਵਰਦਾਨ ਦਿੱਤਾ, ਕਾਂਸੀ ਮਰਣਾਂਤ ਮੁਕਤ ਹੈ, ਕਾਂਸੀ ਵਿੱਚ ਜੋ ਆ ਕੇ ਮਰੇਗਾ ਉਹ ਮੁਕਤ ਹੋ ਜਾਵੇਗਾ। ਪਰ ਭਗਤ ਕਬੀਰ ਜੀ ਨੇ ਵਿਚਾਰਿਆ ਕਿ ਜੇ ਮੈਂ ਇੱਥੇ ਮਰਿਆ ਤੇ ਲੋਕ ਕਹਿਣਗੇ ਕਾਂਸੀ ਵਿੱਚ ਮਰਿਆ ਇਸ ਕਰਕੇ ਮੁਕਤ ਹੋਇਆ, ਕਿਉਂਕਿ ਸ਼ਿਵਾ ਦਾ ਵਰਦਾਨ ਪ੍ਰਾਪਤ ਹੈ ਇਸ ਨਗਰੀ ਨੂੰ। ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਉਚਾਰਨ ਕਰਦੇ ਹਨ, ਸਗਲ ਜਨਮ ਸਿਵ ਪੂਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ, ਬਹੁਤ ਬਰਸ ਤਬ ਕੀਆ ਕਾਂਸੀ, ਮਰਨ ਭਇਆ ਮਗਹਰ ਕੀ ਬਾਸੀ, ਕਾਂਸੀ ਮਗਹਰ ਸਮ ਵਿਚਾਰੀ, ਹੋਛੀ ਭਗਤ ਕੈਸੇ ਉਤਰਸ ਪਾਰੀ। ਜਿਨ੍ਹਾਂ ਦੀ ਭਗਤੀ ਹੋਛੀ ਆ ਉਹ ਕਿਵੇਂ ਪਾਰ ਉਤਰ ਸਕਦਾ ਹੈ। ਕਿਆ ਕਾਂਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ, ਹਿਰਦੇ ਵਿੱਚ ਜੇਕਰ ਰਾਮ ਨਾਮ ਵਸਿਆ ਹੈ ਤੇ ਕੀ ਕਾਂਸੀ ਕੀ ਮਗਹਰ ਦੀ ਧਰਤੀ, ਮਗਹਰ ਦੀ ਧਰਤੀ ਸਰਾਪੀ ਹੋਈ ਸੀ। ਜੋ ਦੁਰਵਾਸਾ ਰਿਖੀ ਨੇ ਸ਼ਰਾਪ ਦੇ ਦਿੱਤਾ ਸੀ, ਜੋ ਇੱਥੇ ਆ ਕੇ ਮਰੇਗਾ ਉਹ ਖੋਤੇ ਦੀ ਜੂਨ ਚ ਪਵੇਗਾ। ਇਸ ਕਰਕੇ ਉਹ ਸਰਾਪੀ ਹੋਈ ਧਰਤੀ ਤੇ ਕਬੀਰ ਜੀ ਉੱਠ ਕੇ ਚਲੇ ਗਏ, ਇਹ ਸੋਚ ਕੇ ਕਿ ਮੈਂ ਤਾਂ ਨਾਮ ਦੇ ਪ੍ਰਤਾਪ ਕਰਕੇ ਮੁਕਤ ਹੋਵਾਂਗਾ। ਜੇ ਇੱਥੇ ਕਾਂਸੀ ਵਿੱਚ ਮਰਿਆ ਤੇ ਲੋਕ ਕਹਿਣਗੇ ਕਿ ਕਾਂਸੀ ਵਰਦਾਤੀ ਹੈ, ਇਸ ਕਰਕੇ ਇੱਥੇ ਮੁਕਤ ਹੋ ਗਿਆ। ਭਗਤ ਕਬੀਰ ਜੀ ਇੱਕ ਸ਼ਲੋਕ ਵਿੱਚ ਉਚਾਰਨ ਕਰਦੇ ਹਨ, ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਪੀਵਹ ਨਿਰਮਲ ਨੀਰ, ਬਿਨ ਹਰ ਭਗਤ ਨ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਭਗਤੀ ਤੋਂ ਬਿਨਾ, ਨਾਮ ਜਪੇ ਤੋਂ ਬਿਨਾ ਕੋਈ ਮੁਕਤ ਨਹੀਂ ਹੋ ਸਕਦਾ। ਭਾਵੇਂ ਗੰਗਾ ਦੇ ਕਿਨਾਰੇ ਮਕਾਨ ਬਣਾ ਕੇ ਰਹਿਣ ਲੱਗ ਪਵੇ, ਗੰਗਾ ਜਲ ਪੀਵੇ, ਗੰਗਾ ਜਲ ਵਿੱਚ ਇਸ਼ਨਾਨ ਕਰੇ, ਪਰ ਭਗਤੀ ਤੋਂ ਬਿਨਾ ਮੁਕਤ ਨਹੀਂ ਹੋ ਸਕਦਾ। ਜੋ ਗੋਬਿੰਦ ਦਾ ਨਾਮ ਹੈ ਇਹੀ ਗੰਗਾ ਜਲ ਹੈ। ਪੰਚਮ ਪਿਤਾ ਜੀ ਦਾ ਫਰਮਾਨ ਹੈ, ਗੰਗਾ ਜਲ ਗੁਰ ਗੋਬਿੰਦ ਨਾਮ, ਗੋਬਿੰਦ ਦਾ ਨਾਮ ਹੀ ਗੰਗਾ ਜਲ ਹੈ। ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੈ ਤਿਸ ਕੀ ਗਤ ਹੋਵੈ, ਪੀਵਤ ਬਹੁੜ ਨ ਜੋਨ ਪ੍ਰਮਾਮ। ਜੋ ਗੋਬਿੰਦ ਦੇ ਨਾਮ ਰੂਪੀ ਗੰਗਾ ਜਲ ਨੂੰ ਪੀਵੇਗਾ ਉਹ 84 ਲੱਖ ਜੂਨੀਆਂ ਵਿੱਚ ਨਹੀਂ ਭਰਮੇਗਾ। ਸੋ ਬ੍ਰਾਹਮਣਾਂ ਨੇ ਤਰਕ ਕੀਤੀ। ਇਸ ਭਾਈ ਜੋਧ ਜੋ ਬ੍ਰਾਹਮਣ ਜਾਤੀ ਦਾ ਸੀ, ਕਈ ਬ੍ਰਾਹਮਣਾਂ ਚੋਂ ਵੀ ਸਿੱਖ ਹੋਏ, ਬਹੁਤ ਸਾਰੇ ਕਸ਼ਮੀਰੀ ਬ੍ਰਾਹਮਣਾਂ ਨੇ ਸਿੱਖੀ ਧਾਰਨ ਕੀਤੀ। ਭਾਈ ਜੋਧ ਵੀ ਇੱਕ ਬ੍ਰਾਹਮਣ ਜਾਤੀ ਦਾ ਸਿੱਖ ਸੀ, ਗੁਰੂ ਘਰ ਦਾ ਅਨੰਨ ਸੇਵਕ ਸੀ। ਬ੍ਰਾਹਮਣ ਲੋਕ ਕਹਿੰਦੇ ਤੂੰ ਖੱਤਰੀ ਗੁਰੂ ਦਾ ਸਿੱਖ ਬਣਿਆ, ਜਾ ਕੇ ਕਾਂਸੀ ਆਦਿਕ ਤੀਰਥਾਂ ਨੂੰ ਸੇਵਦਾ ਨਹੀਂ ਹੈ। ਤੀਰਥ ਕੀਰਤਨ ਅੰਮ੍ਰਿਤਸਰ ਹੈ, ਜੋ ਅੰਮ੍ਰਿਤਸਰ ਸਰੋਵਰ ਤੀਰਥ ਹੈ ਉਹਦਾ ਕੀਰਤਨ ਹੈ ਕੀਤਾ ਹੋਇਆ ਹੈ। ਸੇਵੋ ਤਾਹੇ ਲਖਿਓ ਬਰ ਬਰ ਹੈ, ਤੂੰ ਉਸ ਅੰਮ੍ਰਿਤ ਸਰੋਵਰ ਨੂੰ ਬਰ ਸ੍ਰੇਸ਼ਟ ਜਾਣ ਕਰਕੇ ਸੇਵਨਾ ਕਰਦਾ ਹੈ। ਗੁਰਬਾਣੀ ਪਾਖਾ ਸੰਗ ਲਾਗੇ, ਔਰ ਵੇਦ ਬਾਣੀ ਨੂੰ ਛੱਡ ਕਰਕੇ ਗੁਰਬਾਣੀ ਦੇ ਨਾਲ ਲੱਗੇ ਹੋ। ਜਨਮ ਅਸ਼ਟਮੀ ਅਰ ਸਿਵਰਾਤ, ਜਨਮ ਅਸ਼ਟਮੀ ਅਤੇ ਸਿਵਰਾਤ, ਬ੍ਰਤ ਇਕਾਦਸੀ ਤਜ ਤੁਮ ਖਾਤ। ਔਰ ਇਕਾਦਸ਼ੀ ਦਾ ਵਰਤ ਵੀ ਤੂੰ ਨਹੀਂ ਰੱਖਦਾ, ਇਕਾਦਸ਼ੀ ਵਾਲੇ ਦਿਨ ਵੀ ਤੂੰ ਭੋਜਨ ਛਕਦਾ ਹੈ। ਗਾਇਤਰੀ ਤ੍ਰੈ ਸੰਧਿਆ ਤਰਪਨ, ਔਰ ਗਾਇਤਰੀ ਮੰਤਰ ਦਾ ਜਾਪ ਵੀ ਨਹੀਂ ਕਰਦਾ, ਨਾ ਸੰਧਿਆ ਤ੍ਰਿਕਾਲ ਸੰਧਿਆ ਕਰਮ ਤੇ ਕਾਲ ਕਰੇ, 3 ਸਮੇਂ ਦੀ ਸੰਧਿਆ ਵੀ ਨਹੀਂ ਕਰਦਾ, ਗਾਇਤਰੀ ਮੰਤਰ ਨਹੀਂ ਪੜਦਾ, ਹੋਰ ਕਰਮ ਕਾਂਡ ਵੀ ਨਹੀਂ ਕਰਦਾ। ਪਿੰਡ ਪਤਲ ਕਿਰਿਆ ਕਰ ਬਰਜਨ, ਔਰ ਪਿੰਡ ਭਰਾਉਣੇ ਪਤਲਾਂ ਦੇਣੀਆਂ, ਔਰ ਹੋਰ ਸਾਰੇ ਜੋ ਵੇਦਾਂ ਅਨੁਸਾਰ ਕਰਮ ਕਾਂਡ ਕਥਨ ਕੀਤੇ ਹਨ। ਮਿਰਤਕ ਪਾਛੇ ਕਰ ਅਰਦਾਸ, ਭਾਈ ਜੋਧ ਜੋ ਬ੍ਰਾਹਮਣ ਜਾਤੀ ਦਾ ਸਿੱਖ ਹੈ, ਉਸ ਨੂੰ ਬ੍ਰਾਹਮਣ ਲੋਕ ਤਰਕ, ਹਿੰਦੂ ਬ੍ਰਾਹਮਣ ਤਰਕ ਕਰ ਰਹੇ ਹਨ ਕਿ ਤੁਸੀਂ ਮਰੇ ਹੋਏ ਪ੍ਰਾਣੀ ਦੇ ਨਿਮਿਤ ਅਰਦਾਸ ਕਰਦੇ ਹੋ ਅਤੇ ਕੜਾਹ ਤਿਆਰ ਕਰਕੇ ਵੰਡਦੇ ਹੋ। ਕਰਿਓ ਕਰਾਹੋ ਲਿਹੋ ਮੁਖ ਗ੍ਰਾਸ, ਔਰ ਕੜਾ ਅਰਦਾਸ ਤੋਂ ਬਾਅਦ ਕੜਾਹ ਪ੍ਰਸਾਦ ਵਰਤਾ ਕੇ ਮੁਖ ਵਿੱਚ ਪਾਉਂਦੇ ਹੋ। ਜਾਂ ਤੇ ਤੁਮ ਭ੍ਰਿਸ਼ਟ ਅਬ ਹੋਏ, ਤਾਂ ਤੇ ਤੁਸੀਂ ਭ੍ਰਿਸ਼ਟ ਹੋ ਗਏ ਹੋ। ਪੰਗਤ ਉਚਿਤ ਨਹੀਂ ਕਿਮ ਜੋਏ, ਸਾਡੇ ਬ੍ਰਾਹਮਣਾਂ ਦੀ ਪੰਗਤ ਵਿੱਚ ਬੈਠਣ ਯੋਗ ਨਹੀਂ ਹੋ। ਸ੍ਰੀ ਗੁਰ ਤੁਮ ਸਰਣੀ ਹਮ ਪਰੇ, ਔਰ
ਤੁਸੀਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਹੇ ਗੁਰੂ ਸਾਹਿਬ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ। ਜਗਤ ਗਰਤ ਤੇ ਕਾਢਣ ਕਰੇ, ਔਰ ਸੰਸਾਰ ਰੂਪ ਅੰਨੇ ਟੋਏ ਵਿੱਚ ਡਿੱਗੇ ਹੋਏ ਨੂੰ ਕਿਰਪਾ ਕਰਕੇ ਕੱਢਣਾ ਕਰੋ। ਜਾਤ ਮਾਨ ਸ੍ਰਿੰਖਲ ਤੇ ਨਿਕਸੇ, ਅਸੀਂ ਜਾਤੀ ਦੇ ਹੰਕਾਰ ਰੂਪੀ ਸੰਗਲ ਤੋਂ ਨਿਕਲੇ ਹਾਂ। ਸੀਤ ਪ੍ਰਸਾਦ ਖਾਏ ਮਨ ਬਿਗਸੇ, ਔਰ ਆਪ ਜੀ ਦਾ ਸੀਤ ਪ੍ਰਸਾਦ ਛਕ ਕੇ ਮਨ ਵਿੱਚ ਪ੍ਰਸੰਨ ਹੁੰਦੇ ਹਾਂ। ਪ੍ਰਾਪਤ ਭਇਓ ਹਮਹਿ ਸਤਨਾਮ, ਸਾਨੂੰ ਸਤ ਨਾਮ ਵਾਹਿਗੁਰੂ ਮੰਤਰ ਪ੍ਰਾਪਤ ਹੋਇਆ ਹੈ। ਜਮ ਸੋ ਰਹਿਓ ਨ ਕੈਸੇ ਕਾਮੂ, ਸਾਡਾ ਜਮ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਰਿਹਾ। ਤਉ ਜੇ ਪੰਡਤ ਕਰ ਅਪਮਾਨੇ, ਹੇ ਮਹਾਰਾਜ ਤਾਂ ਵੀ ਹਿੰਦੂ ਪੰਡਤ ਬ੍ਰਾਹਮਣ ਜਿਹੜੇ ਹਨ ਸਾਡਾ ਅਪਮਾਨ ਕਰਦੇ ਹਨ। ਕਿਮ ਹਮ ਤਿਨ ਕੇ ਸੰਗ ਬਖਾਨੇ, ਮਹਾਰਾਜ ਕਿਰਪਾ ਕਰਕੇ ਦੱਸੋ ਉਹਨਾਂ ਬ੍ਰਾਹਮਣਾਂ ਨੂੰ ਅਸੀਂ ਕੀ ਜਵਾਬ ਦੇਈਏ। ਸ੍ਰੀ ਅਰਜਨ ਸੁਨ ਬਾਕ ਬਖਾਨਾ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਜੋਧ ਜੋ ਬ੍ਰਾਹਮਣ ਜਾਤੀ ਦਾ ਸਿੱਖ ਹੈ ਉਸ ਦੇ ਤਾਈ ਇਉਂ ਕਹਿਣ ਲੱਗੇ, ਤੀਰਥ ਅੰਮ੍ਰਿਤ ਤਾਲ ਮਹਾਨਾ, ਜੋ ਅੰਮ੍ਰਿਤਸਰ ਸਰੋਵਰ ਮਹਾਨ ਤੀਰਥ ਹੈ, ਸਾਰੇ ਤੀਰਥਾਂ ਦਾ ਸ਼੍ਰੋਮਣੀ ਤੀਰਥ ਰਾਜ ਹੈ। ਨਗਰ ਪਇਓ ਏ ਏਕੰਕਾਰ, ਇਹ ਨਗਰ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਕਰਤਾ ਪੁਰਖ ਤਾਲ ਦਿਵਾਇਆ, ਪਿੱਛੇ ਲੱਗ ਚੱਲੀ ਮਾਇਆ। ਸੋ ਕਰਤੇ ਪੁਰਖ ਵਾਹਿਗੁਰੂ ਨੇ ਆਪ ਇਹ ਤਾਲ ਸਰੋਵਰ ਬਣਾਇਆ ਹੈ। ਪੰਚਮ ਪਿਤਾ ਜੀ ਨੇ ਉਚਾਰਨ ਕੀਤਾ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ। ਸੋ ਅਕਾਲ ਪੁਰਖ ਵਾਹਿਗੁਰੂ 33 ਕਰੋੜ ਦੇਵਤਿਆਂ ਨੂੰ ਨਾਲ ਲੈ ਕੇ ਆਏ ਔਰ ਇਸ ਤਾਲ ਸਰੋਵਰ ਨੂੰ ਬਣਾਉਣਾ ਕੀਤਾ। ਸੋ ਇਹ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਬਸਾਇਆ ਨਗਰ ਹੈ। ਬਿਦ ਹਰ ਸਿਵਪੁਰ ਜਿਤਕ ਉਦਾਰਾ, ਔਰ ਜਿਤਨੇ ਵੀ ਸ਼ਿਵਪੁਰੀ ਕਾਂਸੀ ਆਦਿਕ ਤੀਰਥ ਹਨ, ਜਿਤ ਮੰਡਲ ਕੇ ਤੀਰਥ ਸਾਰੇ, ਔਰ ਪ੍ਰਿਥਵੀ ਮੰਡਲ ਦੇ ਜਿਤਨੇ ਵੀ ਤੀਰਥ ਹਨ, ਬਸ ਹੈ ਆਏ ਪਾਵਨ ਤਾਰੇ। ਉਹ ਇਸ ਤੀਰਥ ਰਾਜ ਅੰਮ੍ਰਿਤ ਸਰੋਵਰ ਵਿੱਚ ਆ ਕਰਕੇ ਨਿਵਾਸ ਕਰਦੇ ਹਨ, ਪਾਵਨਤਾ ਪਵਿੱਤਰਤਾ ਧਾਰਨ ਕਰਦੇ ਹਨ। ਇਕ ਤੋ ਜਲ ਕੋ ਤੀਰਥ ਮਹਾ, ਇੱਕ ਤਾਂ ਇਹ ਜਲ ਦਾ ਮਹਾਨ ਤੀਰਥ ਹੈ, ਦੁਤੀਏ ਨਾਮ ਕੋ ਤੀਰਥ ਇਹਾ, ਦੂਜਾ ਨਾਮ ਜਲ ਦਾ ਮਹਾਨ ਤੀਰਥ ਹੈ। ਇੱਕ ਪ੍ਰਤੱਖ ਜਲ ਅਤੇ ਨਾਮ ਜਲ ਦੋਵੇਂ ਜਲ ਦਾ ਤੀਰਥ ਮਹਾਨ ਤੀਰਥ ਹੈ। ਬ੍ਰਹਮ ਗਿਆਨੀ ਆਦਿਕ ਬੜ ਸੰਤ, ਬ੍ਰਹਮ ਗਿਆਨੀ ਆਦਿਕ ਬੜੇ ਬੜੇ ਸੰਤ ਮਹੰਤ, ਇਸ ਕੋ ਤਟ ਪਰ ਬ੍ਰਿੰਦ ਬਸੰਤ, ਉਹ ਸਾਰੇ ਇਸ ਸਰੋਵਰ ਦੇ ਕਿਨਾਰੇ ਉਹ ਸੰਤ ਮਹੰਤ ਬ੍ਰਹਮ ਗਿਆਨੀ ਵਸਦੇ ਹਨ। ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਰੇ ਦੇਵਤਿਆਂ ਦਾ ਨਿਵਾਸ ਕੀਤਾ ਉੱਥੇ। ਸਾਰੇ ਸੰਤ ਮਹੰਤ ਕਿਨਾਰੇ ਤੇ ਬੈਠਦੇ ਹਨ, ਬਸਦੇ ਹਨ। ਸ੍ਰੀ ਮੁਖ ਵਾਕ ਗੰਗਾ ਜਮਨਾ ਗੋਦਾਵਰੀ ਸਰਸੁਤੀ, ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਔਰ ਗੁਰੂ ਸਾਹਿਬ ਜੀ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਕਿ ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਇਹ ਸਾਰੇ ਤੀਰਥ ਗੰਗਾ ਜਮਨਾ ਗੋਦਾਵਰੀ ਸਰਸਵਤੀ ਆਦਿਕ ਤੀਰਥ ਉਦਮ ਕਰਦੇ ਹਨ ਸਾਧੂਆਂ ਦੇ ਚਰਨ ਧੂੜ ਪ੍ਰਾਪਤ ਕਰਨ ਲਈ। ਕਿਲ ਵਿਖ ਮੈਲ ਪਰੇ ਪਰੇ ਹਮਰੈ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਗੰਗਾ ਜਮਨਾ ਗੋਦਾਵਰੀ ਸਰਸਵਤੀ ਆਦਿਕ ਤੀਰਥ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਅਨੇਕ ਪਾਪੀਆਂ ਨੇ ਸਾਡੇ ਵਿੱਚ ਇਸ਼ਨਾਨ ਕਰਕੇ ਪਾਪ ਧੋਤੇ ਹਨ, ਉਹਨਾਂ ਦੇ ਕਿਲਵਿਕ ਪਾਪਾਂ ਕਰਕੇ ਅਸੀਂ ਮੈਲੇ ਹੋ ਗਏ ਹਾਂ। ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਸਾਡੀ ਇਸ ਮੈਲ ਨੂੰ ਸਾਧੂ ਸੰਤਾਂ ਦੇ ਚਰਨਾਂ ਦੀ ਧੂੜ ਹੀ ਦੂਰ ਕਰ ਸਕਦੀ ਹੈ। ਚੌਪਈ ਗਨ ਅਗ ਕਰ ਪ੍ਰਾਨੀ ਜੇ ਮੱਜਤ, ਜਿਹੜੇ ਬਹੁਤ ਸਾਰੇ ਸਮੂਹ ਪਾਪ ਕਰਕੇ ਪ੍ਰਾਣੀ ਤੀਰਥਾਂ ਵਿੱਚ ਇਸ਼ਨਾਨ ਕਰਦੇ ਹਨ। ਤੀਰਥ ਮਹਾ ਬਿਖੈ ਸਭ ਤਜਤ, ਔਰ ਤੀਰਥਾਂ ਵਿੱਚ ਇਸ਼ਨਾਨ ਕਰਕੇ ਆਪਣੇ ਸਾਰੇ ਪਾਪ ਤਿਆਗ ਦਿੰਦੇ ਹਨ। ਇਸ ਕਰਕੇ ਤੀਰਥ ਮੈਲੇ ਹੋ ਜਾਂਦੇ ਹਨ। ਪਾਪ ਕਰਹਿ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੇ। ਤੀਰਥਾਂ ਤੇ ਨਹਾ ਕੇ ਪਾਪੀ ਪੁਰਸ਼ ਆਖ ਦਿੰਦੇ ਹਨ ਸਾਡੇ ਸਾਰੇ ਪਾਪ ਉਤਰ ਗਏ।
ਬਹੁਰ ਕਮਾਵੇ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾਲੰਕ। ਪਾਪ ਬੁਰਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਰ ਹਰ ਪਾਪ ਪਛਾਣੈ ਆਪ, ਨਾ ਤੇ ਸੋਗ ਵਿਜੋਗ ਸੰਤਾਪ। ਸੋ ਬੜੇ ਬੜੇ ਪਾਪੀਆਂ ਨੇ ਆਪਣੇ ਪਾਪ ਧੋਤੇ ਹਨ ਇਨ੍ਹਾਂ ਤੀਰਥਾਂ ਵਿੱਚ। ਪਾਪਣ ਤੇ ਆਕੁਲ ਹੋਏ ਆਵਤ, ਪਾਪੀਆਂ ਦੇ ਪਾਪਾਂ ਰੂਪੀ ਮਹਿਲ ਕਰਕੇ ਸਾਰੇ ਤੀਰਥ ਵਿਆਕੁਲ ਹੋ ਕਰਕੇ ਇਹਾਂ ਧੂਰ ਸੰਤਨ ਕੀ ਪਾਵਤ। ਇਸ ਤੀਰਥ ਰਾਜ ਵਿੱਚ ਆਉਂਦੇ ਹਨ ਔਰ ਇੱਥੇ ਪਾਵਨਤਾ ਧਾਰਦੇ ਹਨ, ਨਿਵਾਸ ਕਰਦੇ ਹਨ। ਕਥਾ ਕੀਰਤਨ ਸੁਨ ਕਰ ਤਬ ਹੀ, ਕਥਾ ਕੀਰਤਨ ਦੀ ਧੁਨ ਸੁਣ ਕਰਕੇ ਸਾਰੇ ਤੀਰਥ ਪਵਿੱਤਰ ਹੋ ਜਾਂਦੇ ਹਨ। ਤੀਰਥ ਗਨ ਪਾਵਨ ਹੋਏ ਸਭ ਹੀ, ਔਰ ਕੀਰਤੀ ਸੁਣ ਕਰਕੇ ਸਾਰੇ ਤੀਰਥ ਪਵਿੱਤਰ ਪਾਵਨ ਹੋ ਜਾਂਦੇ ਹਨ। ਸਿੱਖਣ ਬੁਝਿਓ ਜਗ ਮਹਿ ਜੋਵੈ, ਸਿੱਖਾਂ ਨੇ ਪੁੱਛਿਆ ਜਗਤ ਵਿੱਚ ਜੋ ਦੇਖੀਦਾ ਹੈ, ਜਲ ਸੋ ਮਲ ਕਰ ਮਲ ਕੋ ਖੋਵੈ। ਜਲ ਦੇ ਨਾਲ ਹੀ ਮੈਲ ਨੂੰ ਧੋਤਾ ਜਾਂਦਾ ਹੈ। ਜਲ ਦੇ ਨਾਲ ਮਲ ਮਲ ਕੇ ਜੋ ਇਸ਼ਨਾਨ ਕਰਦਾ ਹੈ ਉਸ ਦੀ ਮੈਲ ਉਤਰ ਜਾਂਦੀ ਹੈ। ਚਰਨ ਧੂਰ ਤੇ ਮਲ ਕਿਮ ਜਾਵੈ। ਇਹ ਮਹਾਰਾਜ ਕਿਰਪਾ ਕਰਕੇ ਦੱਸੋ ਚਰਨ ਧੂੜੀ ਦੇ ਨਾਲ ਮੈਲ ਕਿਵੇਂ ਜਾ ਸਕਦੀ ਹੈ, ਕਿਵੇਂ ਦੂਰ ਹੋ ਸਕਦੀ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ 12 ਮਾਹਾਂ ਵਿੱਚ ਉਚਾਰਨ ਕੀਤਾ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਸੋ ਸੰਤਾਂ ਦੇ ਚਰਨ ਧੂੜ ਵਿੱਚ ਇਸ਼ਨਾਨ ਕਰੋ। ਚਰਨ ਧੂੜ ਵਿੱਚ ਇਸ਼ਨਾਨ ਕਿਵੇਂ ਕਰਨਾ ਹੈ? ਜੋ ਚਰਨ ਧੂੜੀ ਨੂੰ ਮੂੰਹ ਮੱਥੇ ਤੇ ਲਾਉਣਾ, ਸਾਰੇ ਪਿੰਡੇ ਤੇ ਸਰੀਰ ਦੇ ਉੱਪਰ ਮਲਣਾ ਹੈ, ਇਹ ਇਸ਼ਨਾਨ ਕਰਨਾ ਹੈ। ਸੋ ਸਾਧੂਆਂ ਦੇ ਚਰਨਾਂ ਦੀ ਧੂੜ ਪਾਪਾਂ ਨੂੰ, ਪਾਪਾਂ ਰੂਪੀ ਮੈਲ ਨੂੰ ਦੂਰ ਕਰ ਦਿੰਦੀ ਹੈ। ਮਹਾਰਾਜ ਅਸੀਂ ਤਾਂ ਸੁਣਿਆ ਕਿ ਜਗਤ ਵਿੱਚ ਜਲ ਵਿੱਚ ਮਲ ਮਲ ਕੇ ਨਹਾਈਏ ਤਾਂ ਮੈਲ ਉਤਰ ਜਾਂਦੀ, ਤੁਸੀਂ ਕਹਿੰਦੇ ਚਰਨ ਧੂੜ ਦੇ ਨਾਲ ਮੈਲ ਉਤਰਦੀ ਹੈ। ਚਰਨ ਧੂਰ ਤੇ ਮਲ ਕਮ ਜਾਵੈ, ਔਰ ਚਰਨ ਧੂੜੀ ਦੇ ਨਾਲ ਮੈਲ ਕਿਵੇਂ ਜਾ ਸਕਦੀ ਹੈ? ਸੁਨ ਸਤਿਗੁਰ ਦ੍ਰਿਸ਼ਟਾਂਤਿ ਬਤਾਵੈ। ਇਹ ਸੁਣ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ। ਸੱਜੀ ਸਾਬਣ ਮਲ ਹੀ ਧੋਵੈ, ਔਰ ਸੱਜੀ ਸਾਬਣ ਮੈਲਾ ਹੀ ਹੁੰਦਾ ਹੈ। ਦਿਨ ਤੇ ਮਲ ਬਸਤਰਨ ਕੀ ਧੋਵੈ। ਉਸ ਸੱਜੀ ਸਾਬਣ ਦੇ ਨਾਲ ਬਸਤਰਾਂ ਨੂੰ ਧੋਈਏ ਤੇ ਬਸਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਤਿਮ ਸੰਤਨ ਪਦ ਰਜ ਅਤਿ ਪਾਵਨ, ਇਸੇ ਤਰ੍ਹਾਂ ਸੰਤਾਂ ਮਹਾਪੁਰਖਾਂ ਦੇ ਪਦ ਚਰਨਾਂ ਦੀ ਚਰਨ ਧੂੜ ਜਿਹੜੀ ਹੈ ਸਮਰੱਥ ਗਨ ਪਾਪ ਨਸਾਵਨ। ਉਹ ਸਾਰੇ ਪਾਪਾਂ ਨੂੰ ਨਾਸ਼ ਕਰਨ ਵਿੱਚ ਸਮਰੱਥ ਹੈ। ਧੂੜੀ ਲੇਖ ਮਿਟਾਇਆ, ਮਾੜੇ ਲੇਖਾਂ ਨੂੰ ਮਿਟਣ ਵਿੱਚ ਸਮਰੱਥ ਹੈ। ਤਿਮ ਗੁਰ ਸ਼ਬਦ ਸਰਵਣ ਤੁਨ ਭਰੇ, ਜਿਵੇਂ ਗੁਰਾਂ ਦਾ ਸ਼ਬਦ ਉਪਦੇਸ਼ ਸਰਵਣ ਕੰਨਾਂ ਵਿੱਚ ਉਹ ਸ਼ਬਦ ਦੀ ਧੁਨੀ ਪਵੇ, ਪ੍ਰੇਮਾ ਭਗਤ ਉਪਾਵਨ ਕਰੇ, ਤਾਂ ਉਸਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਉਤਪੰਨ ਹੁੰਦੀ ਹੈ। ਸਭ ਥਲ ਜਲ ਕੋ ਤੀਰਥ ਆਹ, ਜਿੱਥੇ ਵੀ ਸਾਰੇ ਤੀਰਥ ਹਨ, ਜਲ ਦੇ ਤੀਰਥ ਜਿਤਨੇ ਵੀ ਹਨ, ਅਧਿਕ ਨਾਮ ਕੋ ਤੀਰਥ ਇਹਾ। ਔਰ ਉਹਨਾਂ ਤੀਰਥਾਂ ਨਾਲੋਂ ਇਸ ਤੀਰਥ ਰਾਜ ਦੀ ਵਿਸ਼ੇਸ਼ਤਾ ਹੈ, ਇਸ ਵਿੱਚ ਨਾਮ ਜਲ ਹੈ। ਇਹ ਨਾਮ ਜਲ ਦਾ ਪਵਿੱਤਰ ਪਾਵਨ ਮਹਾਨ ਤੀਰਥ ਹੈ। ਵਿੱਚ ਜਹਾਜ ਸਮ ਸ੍ਰੀ ਹਰਿਮੰਦਰ, ਇਹ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਗਈ ਹੈ। ਜਿਸਮੋ ਨਾਮ ਮੁਹਾਣਾ ਸੁੰਦਰ, ਜਿਸ ਵਿੱਚ ਸੁੰਦਰ ਵਾਹਿਗੁਰੂ ਦਾ ਨਾਮ ਮੁਹਾਣਾ ਮੱਲਾਹ ਰੂਪ ਹੈ। ਤਿਮ ਗੁਰ ਤੇ ਮੁਖ ਤੇ ਨਿਕਸੀ ਬਾਣੀ, ਇਸੇ ਤਰ੍ਹਾਂ ਸਤਿਗੁਰਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਨਿਕਲੀ ਹੋਈ ਬਾਣੀ। ਪੜ੍ਹੈ ਵਿਚਾਰ ਕਮਾਏ ਜੋ ਪ੍ਰਾਨੀ, ਜੋ ਪ੍ਰਾਣੀ ਗੁਰੂ ਕਾ ਸਿੱਖ ਪੜਦਾ ਹੈ, ਵਿਚਾਰਦਾ ਹੈ ਤੇ ਕਮਾਈ ਕਰਦਾ ਹੈ, ਸੋ ਪ੍ਰਭ ਕੇ ਪਗ ਸੰਗ ਮਿਲਾਵਤ। ਉਹ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਅਭੇਦ ਹੋ ਜਾਂਦਾ, ਮਿਲ ਜਾਂਦਾ ਹੈ। ਬੋਹਰੇ ਬ੍ਰਹਮ ਮਹਿ ਮਿਲਬੋ ਪਾਵਤ, ਫਿਰ ਬ੍ਰਹਮ ਸਰੂਪ ਵਿੱਚ ਮਿਲਣਾ ਪਾਉਂਦਾ ਹੈ।
ਜੋ ਪਰ ਵਿਰਤ ਪਏ ਜਗ ਸਾਰੇ, ਜੋ ਜਗਤ ਦੇ ਵਿੱਚ ਸਾਰੇ ਪਰਵਿਰਤ ਹੋਏ ਹਨ, ਇਸੀ ਅਕਾਲ ਪੁਰਖ ਤਨ ਥੀਏ। ਔਰ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦਾ ਜੋ ਸਰੂਪ ਹੈ, ਸੰਤ ਰੂਪ ਸ੍ਰੀ ਨਾਨਕ ਭਏ। ਸੰਤ ਰੂਪ ਸ਼ਾਂਤ ਆਤਮਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਹੋਏ। ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਧ ਰੂਪ ਆਪਣਾ ਤਨ ਧਾਰਿਆ। ਗੁਰੂ ਸਾਹਿਬ ਜੀ ਨੇ ਫਰਮਾਇਆ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਗੁਰੂ ਨਾਨਕ ਕਹਾਇਆ ਜਗਤ ਵਿੱਚ। ਸੋ ਜੋ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਾਂਤ ਆਤਮਾ ਹਨ। ਕਲ ਕੇ ਜੀਵ ਉਦਾਹਰਨ ਕਾਰਨ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਕਰੇ ਵੇਦ ਤੇ ਸ਼ਬਦ ਉਚਾਰਨ। ਵੇਦ ਗਿਆਨ ਸੰਯੁਕਤ ਉਪਦੇਸ਼ ਉਚਾਰਨਾ ਕੀਤਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਲ ਤਾਰਨ ਗੁਰੂ ਨਾਨਕ ਆਇਆ। ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਿਆਨ ਸੰਯੁਕਤ ਉਪਦੇਸ਼ ਉਚਾਰਨ ਕੀਤਾ। ਔਰ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੀ ਕਮਾਈ ਕੀਤੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਭ ਤੋਂ ਪਹਿਲਾ ਮੁੱਖ ਉਪਦੇਸ਼ ਨਾਮ ਜਪੋ, ਵੰਡ ਛਕੋ, ਧਰਮ ਦੀ ਕਿਰਤ ਕਰੋ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ 3 ਮੰਤਰਾਂ ਦੀ ਬਖਸ਼ਿਸ਼ ਕੀਤੀ। ਇੱਕ ਮੂਲ ਮੰਤਰ, ਗੁਰ ਮੰਤਰ ਤੇ ਮਾਲਾ ਮੰਤਰ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਇਹ ਸੰਪੂਰਨ ਮੂਲ ਮੰਤਰ ਹੈ। ਵਾਹਿਗੁਰੂ ਗੁਰ ਮੰਤਰ ਹੈ ਜਬ ਹਉਮੈ ਖੋਈ। ਤੀਜਾ ਮੰਤਰ ਮਾਲਾ ਮੰਤਰ ਹੈ ਜੋ ਸੰਪੂਰਨ ਜਪਜੀ ਸਾਹਿਬ ਸੁਮੇਰ ਪਰਬਤ ਤੇ ਸਿੱਧਾਂ ਦੇ ਨਾਲ ਜੋ ਉਚਾਰੀ ਹੈ। ਚਰਚਾ ਕਰਦਿਆਂ ਜਿਸ ਵਿੱਚ ਸਵਾਲ ਜਵਾਬ ਹਨ, ਸਿੱਧਾਂ ਜੋਗੀਆਂ ਦੇ ਸਵਾਲ ਹਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਜਵਾਬ ਹਨ। ਉਹ ਪੌੜੀਆਂ ਅੱਗੇ ਪਿੱਛੇ ਉਚਾਰਨ ਕੀਤੀਆਂ ਸਨ। ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਪਾਸੋਂ ਔਰ ਗੁਰਮੁਖੀ ਅੱਖਰਾਂ ਵਿੱਚ ਉਹ ਸਾਰੀ ਪੌੜੀ ਲੜੀਬੱਧ ਉਹ ਸਾਰੀ ਤਿਆਰ ਕੀਤੀ। ਕਿਹਾ ਸਭ ਨੂੰ ਲੜੀਵਾਰ ਸਜਾ ਕਰਕੇ ਇਹ ਬਾਣੀ ਦੀ ਰਚਨਾ ਕਰੋ, ਕਿਉਂਕਿ ਕੋਈ ਪੌੜੀ ਕਿਸੇ ਸਮੇਂ ਕੋਈ ਪੌੜੀ ਕਿਸੇ ਸਮੇਂ ਉਚਾਰਨ ਕੀਤੀ ਸੀ ਸਿੱਧਾਂ ਦੇ ਨਾਲ ਚਰਚਾ ਕਰਦਿਆਂ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸ ਬੈਰਾਗੀਆਂ ਦਾ ਜਮਾਤ ਆਇਆ। ਉਹਨਾਂ ਨੇ ਭਾਈ ਲਹਿਣਾ ਸਾਹਿਬ ਜੀ ਨੂੰ ਪੁੱਛਿਆ ਕਿ ਤੁਹਾਡਾ ਮਾਲਾ ਮੰਤਰ ਕਿਹੜਾ ਹੈ। ਉਸ ਸਮੇਂ ਤੱਕ ਨਾ ਭਾਈ ਲਹਿਣਾ ਜੀ ਨੇ ਪੁੱਛਿਆ ਸੀ ਤੇ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ ਸੀ। ਕਿਹਾ ਕਿ ਇਸ ਗੱਲ ਦਾ ਜਵਾਬ ਮੈਂ ਫੇਰ ਦਿਆਂਗਾ। ਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪੁੱਛਿਆ ਕਿ ਮਹਾਰਾਜ ਬੈਰਾਗੀਆਂ ਦੀ ਜਮਾਤ ਆਈ ਹੈ, ਉਹਨਾਂ ਨੇ ਮੈਨੂੰ ਇੱਕ ਸਵਾਲ ਪੁੱਛਿਆ ਕਿ ਤੁਹਾਡਾ ਮਾਲਾ ਮੰਤਰ ਕਿਹੜਾ ਹੈ। ਮਹਾਰਾਜ ਕਿਰਪਾ ਕਰਕੇ ਦੱਸੋ ਸਾਡਾ ਮਾਲਾ ਮੰਤਰ ਕਿਹੜਾ ਹੈ। ਕਹਿੰਦਾ ਕਿ ਜਪਜੀ ਸਾਹਿਬ ਹੀ ਮਾਲਾ ਮੰਤਰ ਹੈ। ਫਿਰ ਗੁਰੂ ਪਾਤਸ਼ਾਹ ਜੀ ਪਾਸੋਂ ਸੁਣ ਕੇ ਬੈਰਾਗੀਆਂ ਦੀ ਜਮਾਤ ਨੂੰ ਭਾਈ ਲਹਿਣਾ ਸਾਹਿਬ ਜੀ ਨੇ ਉੱਤਰ ਦਿੱਤਾ ਸੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਾਂ ਦੇ ਤਾਰਨ ਵਾਸਤੇ ਔਰ ਮਨੁੱਖੀ ਸਰੀਰ ਧਾਰਨ ਕੀਤਾ। ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਹੋਏ। ਗਿਆਨ ਸੰਯੁਕਤ ਬਾਣੀ ਉਚਾਰਨ ਕੀਤੀ। 19 ਰਾਗਾਂ ਵਿੱਚ ਸ਼ਬਦ ਉਚਾਰਨ ਕੀਤਾ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਕਰ ਉਪਦੇਸ਼ ਕਰੋ ਰਹੁ ਤਾਰੇ। ਔਰ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਔਰ ਉਪਦੇਸ਼ਾਂ ਦੇ ਨਾਲ ਕਰੋੜਾਂ ਜੀਵਾਂ ਦਾ ਉਧਾਰ ਕੀਤਾ। ਇੰਨੇ ਪਾਪੀ ਕਲਯੁਗੀ ਜੀਵ ਤਾਰੇ ਕਿ ਕੋਈ ਗਿਣ ਨਹੀਂ ਸਕਦਾ। ਆਕਾਸ਼ ਵਿੱਚ ਅਣਗਿਣਤ ਅਸੰਖਾਂ ਹੀ ਤਾਰੇ ਹਨ, ਉਹਨਾਂ ਨੂੰ ਗਿਣਨਾ ਬੜਾ ਮੁਸ਼ਕਿਲ ਹੈ। ਪਰ ਜੇ ਕੋਈ ਗਿਣਨਾ ਚਾਹੇ ਤਾਂ ਗਿਣ ਸਕਦਾ, ਕੋਈ ਵੱਡੀ ਗੱਲ ਨਹੀਂ। ਪਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਤਾਰੇ ਹੋਏ ਜੀਵ ਕਿੰਨੇ ਹਨ ਉਹ ਗਿਣੇ ਨਹੀਂ ਜਾ ਸਕਦੇ। ਇੱਕ ਕਵੀ ਨੇ ਬਹੁਤ ਸੋਹਣਾ ਕਿਹਾ ਹੈ ਕਿ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਆਕਾਸ਼ ਦੇ ਅਸੰਖਾਂ ਤਾਰੇ ਗਿਣੇ ਤਾਂ ਜਾ ਸਕਦੇ ਹਨ, ਪਰ ਹੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਤਾਰੇ ਹੋਏ ਪਾਪੀ ਜੀਵ ਗਿਣੇ ਨਹੀਂ ਜਾ ਸਕਦੇ। ਸੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦੇਸ਼ਾਂ ਨੇ ਕਰੋੜਾਂ ਜੀਵਾਂ ਦਾ ਉਧਾਰ ਕੀਤਾ। ਸੰਜਮ ਸੋ ਆਹਾਰ ਨਿਤ ਕਰਵੇ। ਜੋ ਸੰਜਮ ਦੇ ਨਾਲ ਆਹਾਰ ਭੋਜਨ ਛਕਣਾ, ਥੋੜਾ ਖਾਣਾ ਥੋੜਾ ਸੌਣਾ। ਇਹੋ ਏਕਾਦਸੀ ਸਿੱਖ ਬ੍ਰਤ ਧਰਵੇ। ਗੁਰੂ ਕੇ ਸਿੱਖ ਇਹੀ ਇਕਾਦਸ਼ੀ ਦਾ ਵਰਤ ਰੱਖਦੇ ਹਨ।
ਹਿੰਦੂ ਮਤ ਵਿੱਚ ਇਕਾਦਸ਼ੀ ਵਰਤ ਵਾਲੇ ਦਿਨ ਉਹ ਭੁੱਖੇ ਰਹਿੰਦੇ ਹਨ, ਨਿਰਾਹਾਰੀ ਰਹਿੰਦੇ ਹਨ। ਪਰ ਗੁਰਸਿੱਖੀ ਵਿੱਚ ਜੋ ਇਕਾਦਸ਼ੀ ਦਾ ਵਰਤ ਹੈ ਉਹ ਥੋੜਾ ਖਾਣਾ ਥੋੜਾ ਸੌਣਾ, ਸੰਜਮ ਦਾ ਆਹਾਰ ਕਰਨਾ, ਇਹੀ ਇਕਾਦਸ਼ੀ ਦਾ ਵਰਤ ਹੈ। 15 ਦਿਵਸਨ ਮਹਿ ਸੋ ਆਵੈ, ਜਗਤ ਵਿੱਚ ਇਕਾਦਸ਼ੀ ਦਾ ਦਿਨ 15 ਦਿਨਾਂ ਵਿੱਚ ਇੱਕ ਵਾਰੀ ਆਉਂਦਾ ਹੈ। ਸੋ ਸਿੱਖਨ ਕੋ ਮੂਲ ਨ ਭਾਵੈ, ਉਹ ਸਿੱਖਾਂ ਨੂੰ ਕਦੇ ਮੂਲ ਕਦਾਚਿਤ ਵੀ ਭਾਉਂਦਾ ਨਹੀਂ ਹੈ। ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਿਗਿਆ ਆਈ। ਭਗਤ ਨਾਮਦੇਵ ਜੀ ਨੇ ਜੋ ਬਾਣੀ ਉਚਾਰਨ ਕੀਤੀ ਹੈ ਟੋਡੀ ਰਾਗ ਵਿੱਚ, ਉਹ ਇੱਥੇ ਦ੍ਰਿਸ਼ਟਾਂਤ ਦੇ ਰਹੇ ਹਨ ਕਿ ਰਾਮ ਸੰਗ ਨਾਮਦੇਵ ਜਨ ਕੋ ਪ੍ਰਤਿਗਿਆ ਆਈ। ਮੈਂ ਜਨ ਨਾਮਦੇਵ ਨੂੰ ਰਾਮ ਦੇ ਨਾਮ ਦੇ ਨਾਲ ਪ੍ਰਤਿਗਿਆ ਪ੍ਰਤੀਤ ਆਈ ਹੈ। ਭਾਵ ਰਾਮ ਨਾਮ ਉੱਪਰ ਮੈਨੂੰ ਯਕੀਨ ਹੋ ਗਿਆ, ਭਰੋਸਾ ਹੋ ਗਿਆ। ਇਕਾਦਸੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ। ਹੁਣ ਇਕਾਦਸ਼ੀ ਵਰਤ ਦਾ ਰੱਖਣਾ ਰਖਾਉਣਾ ਤਾਂ ਰਹਿ ਗਿਆ। ਪਹਿਲਾਂ ਭਗਤ ਨਾਮਦੇਵ ਜੀ ਇਕਾਦਸ਼ੀ ਦਾ ਵਰਤ ਰੱਖਦੇ ਸਨ, ਕਿਉਂਕਿ ਇਕਾਦਸ਼ੀ ਵਾਲੇ ਦਿਨ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਸੀ। ਇਸ ਕਰਕੇ ਪਿਤਾ ਪੁਰਖੀ ਪਰੰਪਰਾ ਅਨੁਸਾਰ ਇਕਾਦਸ਼ੀ ਦਾ ਵਰਤ ਰੱਖਿਆ ਕਰਦੇ ਸਨ। ਜਦੋਂ ਨਾਮ ਦੇ ਨਾਲ ਪ੍ਰੀਤੀ ਲੱਗ ਗਈ, ਉਸ ਦਿਨ ਤੋਂ ਇਕਾਦਸ਼ੀ ਦਾ ਵਰਤ ਰੱਖਣਾ ਰਖਾਉਣਾ ਛੱਡ ਦਿੱਤਾ। ਕਹਿੰਦੇ ਕਾਹੇ ਕੋ ਤੀਰਥ ਜਾਈ, ਹੁਣ ਤੀਰਥਾਂ ਤੇ ਜਾਣ ਦੀ ਕੀ ਲੋੜ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਜਦੋਂ ਨਾਮ ਦੇ ਉੱਪਰ ਭਰੋਸਾ ਪ੍ਰਤੀਤੀ ਆ ਗਈ ਤੇ ਇਕਾਦਸ਼ੀ ਵਰਤ ਦਾ ਰੱਖਣਾ ਰਖਾਉਣਾ ਰਹਿ ਗਿਆ ਤੇ ਹੁਣ ਤੀਰਥਾਂ ਤੇ ਵੀ ਨਹੀਂ ਜਾਂਦੇ। ਇੱਕ ਇਕਾਂਤ ਵਿੱਚ ਬੈਠ ਕਰਕੇ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹਨ। ਚੋਪਈ ਵਿਪਰ ਜਾਤ ਤਨ ਕੇ ਅਭਮਾਨੀ, ਜਿਹੜੇ ਬ੍ਰਾਹਮਣ ਜਾਤੀ ਦੇ ਹੰਕਾਰੀ ਹਨ। ਗੁਰ ਸਿੱਖ ਹੋਵਤ ਆਤਮ ਗਿਆਨੀ, ਪਰ ਗੁਰੂ ਕੇ ਸਿੱਖ ਆਤਮ ਗਿਆਨੀ ਹੁੰਦੇ ਹਨ। ਬ੍ਰਾਹਮਣ ਤਾਂ ਉਹ ਹੰਕਾਰੀ ਹਨ ਜੋ ਬ੍ਰਾਹਮਣ ਜਾਤੀ ਦਾ ਹੰਕਾਰ ਕਰਦੇ ਹਨ। ਜਿਵੇਂ ਗੱਲ ਚੇਤੇ ਆਈ ਹੈ, ਇੱਕ ਸਾਖੀ ਹੈ ਜਿਹਦੇ ਨਾਲ ਇਹ ਗੱਲ ਸਪਸ਼ਟ ਹੋ ਜਾਏਗੀ। ਇੱਕ ਸਿੱਖ ਬ੍ਰਾਹਮਣ ਫਿਰਦਾ ਫਿਰਾਂਦਾ ਕਿਸੇ ਪਿੰਡ ਵਿੱਚ ਚਲਾ ਗਿਆ। ਉੱਥੇ ਇੱਕ ਹਿੰਦੂ ਬ੍ਰਾਹਮਣ ਬਹੁਤ ਸਮੇਂ ਤੋਂ ਰਹਿ ਰਿਹਾ ਸੀ। ਉਸਨੇ ਪਿੰਡ ਵਾਲਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੋਇਆ ਸੀ। ਲੋਕ ਉਸ ਨੂੰ ਮੰਨਦੇ ਸਨ, ਗੁਰੂ ਵਾਂਗ ਪੂਜਦੇ ਸਨ। ਜਦੋਂ ਇਹ ਸਿੱਖ ਬ੍ਰਾਹਮਣ ਪੁੱਜਿਆ ਤੇ ਉਹਦੀ ਮੰਨਤਾ ਘਟ ਗਈ। ਸਿੱਖ ਬ੍ਰਾਹਮਣ ਨੇ ਜਦੋਂ ਕਥਾ ਵਾਰਤਾ ਸੁਣਾਈ ਪਿੰਡ ਵਾਸੀਆਂ ਨੂੰ, ਸਾਰੇ ਪਿੰਡ ਵਾਸੀ ਉਹਨਾਂ ਦੇ ਅਨੁਆਈ ਹੋ ਗਏ, ਸਰਦਾਲੂ ਹੋ ਗਏ। ਇਹ ਹਿੰਦੂ ਬ੍ਰਾਹਮਣ ਈਰਖਾ ਕਰਨ ਲੱਗਿਆ, ਪਿੰਡ ਦੇ ਲੋਕਾਂ ਨੂੰ ਭੜਕਾਉਣ ਲੱਗਿਆ ਕਿ ਇਹ ਜਿਹੜਾ ਸਿੱਖ ਬ੍ਰਾਹਮਣ ਆਇਆ ਨਾਸਤਕ ਹੈ, ਇਸ ਨੇ ਜਨੇਊ ਨਹੀਂ ਪਾਇਆ, ਉਹ ਬ੍ਰਾਹਮਣ ਕਿਵੇਂ ਹੋ ਸਕਦਾ ਹੈ। ਫਿਰ ਰਿਹਾ ਨਹੀਂ ਗਿਆ ਤੇ ਹਿੰਦੂ ਬ੍ਰਾਹਮਣ ਆ ਕੇ ਸਿੱਖ ਬ੍ਰਾਹਮਣ ਨੂੰ ਆਖਦਾ ਹੈ ਕਿ ਯਗਯੋਪਵੀਤ ਨਾਸਤੀ ਸਾ ਚੰਡਾਲਮ ਸਿਆਤ। ਜਿਹੜਾ ਜਨੇਊ ਨਹੀਂ ਪਹਿਨਦਾ ਉਹ ਬ੍ਰਾਹਮਣ ਨਹੀਂ, ਉਹ ਚੰਡਾਲ ਹੈ। ਤੇ ਸਿੱਖ ਬ੍ਰਾਹਮਣ ਨੇ ਉੱਤਰ ਦਿੱਤਾ, ਤੇਰੀ ਮਾਂ ਨੇ ਜਨੇਊ ਪਹਿਨਿਆ ਸੀ। ਜਦੋਂ ਤੇਰੀ ਮਾਂ ਨੇ ਜਨੇਊ ਨਹੀਂ ਪਹਿਨਿਆ ਤੇ ਉਹ ਮਹਾ ਚੰਡਾਲਣ ਹੈ, ਤੇ ਚੰਡਾਲਣ ਦੇ ਪੇਟੋਂ ਜੰਮਣ ਵਾਲਾ ਤੂੰ ਵੀ ਮਹਾ ਚੰਡਾਲ ਹੈ। ਨਿਰੁੱਤਰ ਹੋ ਗਿਆ। ਜੋ ਗੁਰੂ ਕਾ ਸਿੱਖ ਹੈ ਉਹ ਇਕਾਦਸ਼ੀ ਦਾ ਵਰਤ ਕਿਵੇਂ ਰੱਖਦਾ, ਜੋ ਸੰਜਮ ਦਾ ਆਹਾਰ ਕਰਨਾ, ਸੰਜਮ ਦਾ ਖਾਣਾ, ਸਾਂਤਕੀ ਭੋਜਨ ਛਕਣਾ, ਇਹੀ ਇਕਾਦਸ਼ੀ ਦਾ ਵਰਤ ਹੈ। ਸਿੱਖ ਜਿਹੜੇ ਹਨ ਆਤਮ ਗਿਆਨੀ ਹਨ, ਜਦ ਕਿ ਬ੍ਰਾਹਮਣ ਜਾਤੀ ਦੇ ਹੰਕਾਰੀ ਹਨ। ਪ੍ਰੀਤ ਚਰਮ ਚਰਬੀ ਕੇ ਨਾਲ, ਔਰ ਚਮੜੀ ਅਤੇ ਚਰਬੀ ਦੇ ਨਾਲ ਪ੍ਰੀਤੀ ਹੈ। ਸੋ ਬ੍ਰਾਹਮਣ ਜਿਨ ਬ੍ਰਹਮ ਪਛਾਨਿਓ, ਬ੍ਰਾਹਮਣ ਉਹੀ ਹੈ ਜਿਸ ਨੇ ਬ੍ਰਹਮ ਨੂੰ ਜਾਣਿਆ ਹੈ। ਬ੍ਰਹਮ ਬਿੰਦਾ ਹੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਭਗਤ ਕਬੀਰ ਜੀ ਨੇ ਬਿਆਨ ਕੀਤਾ ਬ੍ਰਾਹਮਣਾਂ ਦੇ ਉੱਪਰ, ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ। ਹੇ ਪੰਡਤ ਤੁਸੀਂ ਬ੍ਰਾਹਮਣ ਕਦੋਂ ਦੇ ਹੋਏ, ਕਿੰਨੇ ਦਿਨਾਂ ਤੋਂ, ਕਿੰਨੇ ਮਹੀਨਿਆਂ ਤੋਂ, ਕਿੰਨੇ ਸਾਲਾਂ ਦੇ ਤੁਸੀਂ ਬਾਹਮਣ ਹੋਏ ਹੋ। ਕਿ ਅਸੀਂ ਜਨਮ ਤੋਂ ਬ੍ਰਾਹਮਣ ਹਾਂ।
ਤੇ ਭਗਤ ਕਬੀਰ ਜੀ ਨੇ ਇੱਕ ਥਾਂ ਹੋਰ ਬਿਆਨ ਕੀਤਾ ਹੈ, ਜਾਉ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤਾਂ ਆਨ ਬਾਟ ਕਾਹੇ ਨਹੀਂ ਆਇਆ। ਜੇ ਤੇਰੀ ਮਾਂ ਬ੍ਰਾਹਮਣੀ ਨੇ ਤੈਨੂੰ ਪੈਦਾ ਕੀਤਾ, ਤੂੰ ਬ੍ਰਾਹਮਣ ਅਖਵਾਉਂਦਾ ਹੈ ਕਿ ਮੈਂ ਜਮਾਂਦਰੂ ਬ੍ਰਾਹਮਣ ਹਾਂ, ਤਾਂ ਤੂੰ ਵੀ ਤਾਂ ਮਾਤਾ ਦੇ ਗਰਭ ਵਿੱਚ 9 ਮਹੀਨੇ ਰਹਿ ਕੇ ਆਇਆ, ਤਾਂ ਉਹ ਆਨ ਬਾਟ ਕਾਹੇ ਨਹੀਂ ਆਇਆ। ਤੂੰ ਹੋਰ ਰਸਤਿਓਂ ਆ ਜਾਂਦਾ, ਉੱਪਰੋਂ ਡਿੱਗ ਪੈਂਦਾ। ਤੂੰ ਵੀ ਤਾਂ ਮਾਤਾ ਦੇ ਗਰਭ ਵਿੱਚ 9 ਮਹੀਨੇ ਰਹਿ ਕੇ ਪੈਦਾ ਹੋਇਆ, ਜਿਸ ਤਰ੍ਹਾਂ ਸਾਰੇ ਪੈਦਾ ਹੁੰਦੇ ਹਨ। ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤਾਂ ਉਹ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਦ ਬ੍ਰਾਹਮਣ ਹਮ ਕਦ ਸੂਦ, ਹਮ ਕਦ ਲੋਹੂ ਤੁਮ ਕਦ ਦੂਧ। ਐ ਬ੍ਰਾਹਮਣ, ਸਾਡੀਆਂ ਰਗਾਂ ਵਿੱਚ ਜੋ ਲਹੂ ਵਗਦਾ ਹੈ, ਤੇਰੀਆਂ ਰਗਾਂ ਵਿੱਚ ਉਹੀ ਲਾਲ ਰੰਗ ਦਾ ਲਹੂ ਵਗਦਾ ਹੈ। ਇਹ ਨਹੀਂ ਕਿ ਤੇਰੀਆਂ ਰਗਾਂ ਵਿੱਚ ਦੁੱਧ ਵਗਦਾ ਹੈ, ਸਾਡੀਆਂ ਰਗਾਂ ਵਿੱਚ ਲਾਲ ਰੰਗ ਦਾ ਲਹੂ ਵਗਦਾ ਹੈ। ਚਾਹੇ ਕਿਸੇ ਵਰਨ ਦਾ ਹੋਵੇ, ਕਿਸੇ ਆਸ਼ਰਮ ਦਾ ਹੋਵੇ, ਸਾਰੀਆਂ ਰਗਾਂ ਵਿੱਚ ਲਾਲ ਰੰਗ ਦਾ ਲਹੂ ਵਗਦਾ ਹੈ। ਹੁਣ ਫਰਜ਼ ਕਰੋ ਕਿਸੇ ਬ੍ਰਾਹਮਣ ਦਾ ਐਕਸੀਡੈਂਟ ਹੋ ਜਾਵੇ, ਹਸਪਤਾਲ ਵਿੱਚ ਭਰਤੀ ਕਰਾਇਆ ਜਾਵੇ, ਡਾਕਟਰ ਕਹੇ ਕਿ ਬਲੱਡ ਦੀ ਲੋੜ ਹੈ, ਤੇ ਉਹ ਬਲੱਡ ਬੈਂਕ ਜਾ ਕਰਕੇ ਕਹੇਗਾ ਕਿ ਬ੍ਰਾਹਮਣ ਦਾ ਐਕਸੀਡੈਂਟ ਹੋਇਆ, ਬ੍ਰਾਹਮਣ ਦਾ ਖੂਨ ਦਿਓ। ਬਲੱਡ ਬੈਂਕ ਵਾਲੇ ਕੀ ਕਹਿਣਗੇ ਕਿ ਭਾਈ ਇਸ ਖੂਨ ਤਾਂ ਲਾਲ ਰੰਗ ਦਾ ਹੁੰਦਾ ਹੈ, ਖੂਨ ਦੇ ਉੱਪਰ ਬ੍ਰਾਹਮਣ ਦਾ ਕੋਈ ਲੇਬਲ ਨਹੀਂ ਚਿਪਕਾਇਆ ਹੋਇਆ ਕਿ ਬ੍ਰਾਹਮਣ ਦਾ ਹੈ, ਖੱਤਰੀ ਦਾ ਹੈ, ਬੈਸ ਦਾ ਹੈ, ਸ਼ੂਦਰ ਦਾ ਹੈ, ਖੂਨ ਤਾਂ ਇੱਕੋ ਹੁੰਦਾ ਹੈ। ਸੋ ਇਹ ਜਾਤੀ ਹੰਕਾਰ ਵਿੱਚ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਹਨ। ਹੁਣ ਗੁਰੂ ਸਾਹਿਬ ਜੀ ਭਗਤ ਕਬੀਰ ਜੀ ਦਾ ਦ੍ਰਿਸ਼ਟਾਂਤ ਦੇ ਕੇ ਉਹਨਾਂ ਦੇ ਸ਼ਲੋਕ ਦੁਆਰੇ ਸਪਸ਼ਟ ਕਰਦੇ ਹਨ। ਸਭ ਘਟ ਮਹਿ ਇੱਕ ਪੂਰਨ ਜਾਣਿਓ, ਜਿਸ ਨੇ ਸਾਰੇ ਘਾਟਾਂ ਘਾਟਾਂ ਵਿੱਚ ਇੱਕ ਪੂਰਨ ਬ੍ਰਹਮ ਨੂੰ ਜਾਣਿਆ, ਉਹੀ ਅਸਲ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਜਿਸ ਨੇ ਬ੍ਰਹਮ ਦਾ ਵਿਚਾਰ ਕੀਤਾ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਉਹੀ ਸਾਡੇ ਮਤ ਵਿੱਚ ਬ੍ਰਾਹਮਣ ਕਹੀਦਾ ਹੈ, ਜਿਸ ਨੇ ਬ੍ਰਹਮ ਨੂੰ ਜਾਣਿਆ। ਜਿਸ ਨੇ ਬ੍ਰਹਮ ਨੂੰ ਜਾਣਿਆ ਨਹੀਂ, ਉਹ ਬ੍ਰਾਹਮਣ ਕਿਵੇਂ ਹੋ ਸਕਦਾ ਹੈ। ਪੰਚਮ ਪਿਤਾ ਜੀ ਨੇ ਰਾਗ ਭੈਰੋ ਵਿੱਚ ਉਚਾਰਨ ਕੀਤਾ ਹੈ, ਜਾਤ ਕਾ ਗਰਭ ਨ ਕਰਿਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਜਿਸ ਨੇ ਬ੍ਰਹਮ ਨੂੰ ਬਿੰਦੈ ਜਾਣਿਆ ਉਹ ਬ੍ਰਾਹਮਣ ਹੈ। ਜਾਤ ਕਾ ਗਰਭ ਨ ਕਰਿਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚੱਲੈ ਬਹੁਤ ਬਿਕਾਰਾ। ਤੂੰ ਜਾਤੀ ਦਾ ਹੰਕਾਰ ਨਾ ਕਰ। ਭਗਤ ਕਬੀਰ ਜੀ ਨੇ ਕਿਹਾ ਸਾਡੇ ਮਤ ਵਿੱਚ ਉਹੀ ਅਸਲ ਬ੍ਰਾਹਮਣ ਹੈ ਜਿਸ ਨੇ ਬ੍ਰਹਮ ਨੂੰ ਜਾਣਿਆ ਹੈ। ਹਾਡੀ ਚਰਮ ਵਿੱਚ ਸਰੋਨਤ ਮਾਸ, ਔਰ ਹੱਡੀਆਂ, ਚਮੜੀ, ਮਿੱਝ, ਸਰੋਣ, ਖੂਨ ਤੇ ਮਾਂਸ, ਧਰ ਹੈ ਪ੍ਰੀਤ ਚੰਡਾਲ ਆਵਾਸ। ਉਹ ਜੋ ਇਨ੍ਹਾਂ ਦੇ ਨਾਲ ਪ੍ਰੀਤੀ ਕਰਦਾ, ਹੱਡ ਚਮ ਦੇ ਨਾਲ, ਬਿਸ਼ਟਾ ਅਸਤ ਰਗਤ ਪਰੇਟੇ ਚਾਮ, ਇਨ ਉੱਪਰਲੇ ਰਾਖਿਓ ਗੁਮਾਨ। ਇਨ੍ਹਾਂ ਦੇ ਉੱਪਰ ਗੁਮਾਨ ਹੰਕਾਰ ਕਰਦਾ, ਇਨ੍ਹਾਂ ਦੇ ਨਾਲ ਜੋ ਪ੍ਰੀਤੀ ਕਰਦਾ ਹੈ ਉਹ ਚੰਡਾਲ ਦੇ ਘਰ ਦਾ ਹੈ, ਉਸ ਨੂੰ ਚੰਡਾਲ ਕਿਹਾ, ਉਹ ਬ੍ਰਾਹਮਣ ਨਹੀਂ ਹੈ। ਤੁਮ ਬ੍ਰਾਹਮਣ ਹੋ ਬ੍ਰਹਮ ਪਛਾਤਾ, ਸੋ ਗੁਰਬਾਣੀ ਵਿੱਚ ਵੀ ਫਰਮਾਨ ਹੈ, ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੇ, ਚਰਨਾਰ ਬਿੰਦ ਨ ਕਥਾ ਪਾਵੈ, ਸੁਪਜ ਤੁਲ ਸਮਾਨ। ਉਹ ਚੰਡਾਲ ਦੇ ਸਮਾਨ ਹੈ। ਚਾਹੇ ਬ੍ਰਾਹਮਣ ਕੁਲ ਵਿੱਚ ਪੈਦਾ ਹੋਇਆ ਹੋਵੇ, ਖੱਡ ਕਰਮ ਕਰਦਾ ਹੋਵੇ। ਬ੍ਰਾਹਮਣਾਂ ਦੇ ਖੱਡ ਕਰਮ ਹਨ, ਦਾਨ ਦੇਣਾ ਤੇ ਲੈਣਾ, ਜਗ ਕਰਨਾ ਕਰਾਉਣਾ, ਵਿਦਿਆ ਪੜ੍ਹਨੀ ਪੜ੍ਹਾਉਣੀ। ਖੱਡ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੇ, ਚਰਨਾਰ ਬਿੰਦ ਨ ਕਥਾ ਪਾਵੈ, ਸੁਪਜ ਤੁਲ ਸਮਾਨ। ਉਹ ਚੰਡਾਲ ਵਰਗਾ ਹੈ, ਉਹ ਬ੍ਰਾਹਮਣ ਨਹੀਂ, ਉਹ ਚੰਡਾਲ ਹੈ। ਪਰ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ, ਨਿਜ ਸਰੂਪ ਕੇ ਨਿਤ ਰੰਗ ਰਾਤਾ। ਤੁਸੀਂ ਨਿਜ ਸਰੂਪ ਦੇ ਪ੍ਰੇਮ ਰੰਗ ਵਿੱਚ ਰੱਤੇ ਰਹਿੰਦੇ ਹੋ, ਤੁਸੀਂ ਅਸਲ ਬ੍ਰਾਹਮਣ ਹੋ। ਤਰਪਣ ਪਿੰਡ ਪਤਲ ਗਾਇਤਰੀ, ਔਰ ਤਰਪਣ ਸੂਰਜ ਨੂੰ ਜਲ ਅਰਪਣ ਕਰਨਾ, ਪਿੰਡ ਭਰਾਉਣੇ, ਪਤਲਾਂ ਦੇਣੀਆਂ, ਇਤਿਆਦਿਕ ਜੋ ਵੇਦਾਂ ਅਨੁਸਾਰ ਕਰਮ ਕਾਂਡ ਲਿਖੇ ਹਨ। ਤੁਮ ਸਤਨਾਮ ਜਪੋ ਸੁਖ ਰਾਸ, ਤੁਸੀਂ ਸੁੱਖਾਂ ਦੀ ਰਾਸ ਸਤਨਾਮ ਦਾ ਸਿਮਰਨ ਕਰੋ। ਇਹ ਵੇਦਾਂ ਅਨੁਸਾਰ ਕਰਮ ਕਾਂਡ ਦੱਸੇ ਹਨ। ਪਹੁੰਚੋ ਵਾਹਿਗੁਰੂ ਪਗ ਪਾਸ, ਤੁਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚ ਜਾਓਗੇ। ਪਿਤਰ ਲੋਕ ਸਿੱਖ ਬਾਛਤ ਨਾਹੀ, ਜਿਹੜੇ ਸਿੱਖ ਹਨ
ਉਹ ਪਿਤਰ ਲੋਕ ਦੀ ਕਾਮਨਾ ਨਹੀਂ ਕਰਦੇ, ਉਹ ਨਹੀਂ ਚਾਹੁੰਦੇ। ਅਬਨਾਸੀ ਨਿਜ ਰੂਪ ਸਮਾਹੀ ਉਹ ਅਬਨਾਸੀ ਆਪਣੇ ਨਿਜ ਸਰੂਪ ਵਿੱਚ ਸਮਾ ਜਾਂਦੇ ਹਨ। ਜਿਮ ਸਭ ਛਿਤ ਕੋ ਨਿਰਪਤੇ ਪ੍ਰਪੰਨਾ ਜਿਵੇਂ ਸਾਰੀ ਧਰਤੀ ਦਾ ਇੱਕ ਛਤਰ ਰਾਜ ਕਰਨ ਵਾਲਾ ਚੱਕਰਵਰਤੀ ਸਮਰਾਟ ਹੋਵੇ। ਏਕ ਗ੍ਰਾਮ ਤੇ ਹਵੈ ਨ ਪ੍ਰਸੰਨਾ ਇੱਕ ਪਿੰਡ ਲੈ ਕੇ ਉਹ ਪ੍ਰਸੰਨ ਨਹੀਂ ਹੁੰਦਾ। ਜੇ ਗਰੀਬ ਲੇਬ ਹੋ ਹਰ ਖਾਵੈ ਜੇ ਕਿਸੇ ਗਰੀਬ ਨੂੰ ਇੱਕ ਪਿੰਡ ਵੀ ਮਿਲ ਜਾਵੇ ਤਾਂ ਬਹੁਤ ਖੁਸ਼ ਹੁੰਦਾ ਹੈ, ਪਰ ਚੱਕਰਵਰਤੀ ਰਾਜਾ ਇੱਕ ਪਿੰਡ ਲੈ ਕੇ ਖੁਸ਼ ਨਹੀਂ ਹੁੰਦਾ। ਤਿਮ ਨਰ ਕੀ ਪਿਤਰਣ ਪੁਰ ਪਾਵੈ ਇਸ ਤਰ੍ਹਾਂ ਮਨੁੱਖ ਜਿਹੜੇ ਹਨ ਪਿਤਰਾਂ ਦੀ ਪੂਰੀ ਨੂੰ ਚਾਹੁੰਦੇ ਹਨ, ਪਾਉਣਾ ਚਾਹੁੰਦੇ ਹਨ। ਗੁਰ ਕੇ ਸਿੱਖ ਸਰਵਗ ਨਹਿ ਬਾਛੇ ਔਰ ਗੁਰੂ ਕੇ ਸਿੱਖ ਸਵਰਗ ਨਹੀਂ ਚਾਹੁੰਦੇ। ਭਗਤ ਕਬੀਰ ਜੀ ਨੇ ਆਪ ਕਿਹਾ ਕਿ ਅਸੀਂ ਵੀ ਸੁਰਗ ਨਹੀਂ ਜਾਣਾ ਚਾਹੁੰਦੇ। ਬ੍ਰਾਹਮਣਾਂ ਨੇ ਮਸਖਰੀ ਕੀਤੀ, ਐ ਕਬੀਰ ਤੂੰ ਤਾਂ ਜੁਲਾਹਾ ਹੈ, ਤੂੰ ਸਵਰਗ ਨਹੀਂ ਜਾ ਸਕਦਾ। ਸਵਰਗ ਤਾਂ ਸਾਡੇ ਬ੍ਰਾਹਮਣਾਂ ਲਈ ਬਣਿਆ, ਅਸੀਂ ਜਾਵਾਂਗੇ, ਤੂੰ ਨਹੀਂ ਜਾ ਸਕਦਾ, ਤੂੰ ਜੁਲਾਹਾ ਹੈ। ਕਿਹਾ ਸੁਰਗ ਬਾਸ ਨਾ ਬਾਛੀਐ ਡਰੀਆ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ। ਸਵਰਗ ਜਾਣ ਦੀ ਸਾਡੀ ਇੱਛਾ ਨਹੀਂ ਤੇ ਨਰਕਾਂ ਵਿੱਚ ਜਾਣ ਦੀ ਚਿੰਤਾ ਨਹੀਂ, ਕਿਉਂਕਿ ਮੈਂ ਕੋਈ ਪਾਪ ਕਰਮ ਕੀਤਾ ਨਹੀਂ ਤੇ ਨਰਕਾਂ ਵਿੱਚ ਕਿਵੇਂ ਜਾਵਾਂਗਾ। ਸਵਰਗ ਤੁਹਾਨੂੰ ਮੁਬਾਰਕ ਹੋਣ, ਤੁਸੀਂ ਸਵਰਗ ਜਾਓ। ਗੁਰੂ ਕੇ ਸਿੱਖ ਸਵਰਗ ਨਹੀਂ ਚਾਹੁੰਦੇ। ਸੁਰਗ ਨਰਕ ਤੇ ਮੈਂ ਰਹੇ ਹੋ ਸਤਿਗੁਰ ਕੈ ਪ੍ਰਸਾਦ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਧੇ। ਹਮ ਕਾਹੂ ਕੀ ਕਾਣ ਨ ਕਰਤੇ ਆਪਣੇ ਗੁਰ ਪ੍ਰਸਾਦੇ। ਅਬ ਤਬ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ। ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੈ ਪਛਾਨੀ। ਬ੍ਰਹਮ ਰੂਪ ਪ੍ਰਾਪਤ ਜੇ ਆਛੇ ਜੋ ਬ੍ਰਹਮ ਸਰੂਪ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਸ੍ਰੀ ਅਰਜਨ ਤੇ ਨਿਰਨੇ ਸੁਨ ਕਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਨਿਰਣੈ ਪੂਰਵਕ ਸ਼ਬਦ ਉਪਦੇਸ਼ ਸੁਣ ਕਰਕੇ ਭਏ ਪ੍ਰਸੰਨ ਨਿਰਸੰਸੈ ਦਿਜਬਰ। ਉਹ ਬਾਹਰ ਸ੍ਰੇਸ਼ਟ ਬ੍ਰਾਹਮਣ ਭਾਈ ਜੋਧ ਜੋ ਬ੍ਰਾਹਮਣ ਜਾਤੀ ਦਾ ਸਿੱਖ ਸੀ, ਉਹ ਬਹੁਤ ਪ੍ਰਸੰਨ ਹੋਇਆ, ਤਸੱਲੀ ਹੋ ਗਈ। ਗੁਰ ਨਿਸਚੇ ਤੇ ਲਹਿ ਬ੍ਰਹਮ ਗਿਆਨ। ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੇ ਨਿਸ਼ਚਾ ਕਰਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਇਆ। ਜਾਤ ਪਾਤ ਕੀ ਤਿਆਗੀ ਆਨ ਜਾਤ ਪਾਤ ਦੀ ਕਾਨ ਕਨੌੜ ਤਿਆਗ ਦਿੱਤੀ। ਜਾਤਿ ਕਾਨ ਗਾੜੀ ਪਗ ਬੇਰੀ। ਔਰ ਇਤਿਹਾਸ ਸੰਪੂਰਨ ਕਰਦੇ ਹੋਏ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰਦੇ ਹਨ। ਜਾਤ ਪਾਤ ਦੀ ਕਾਨ ਕਨੌੜ ਛੱਡ ਦਿੱਤੀ। ਬੰਧੇ ਦੁਖ ਪ੍ਰਾਪਤ ਬਹੁ ਬੇਰੀ। ਜੋ ਇਹਨਾਂ ਪੈਰਾਂ ਵਿੱਚ ਬੇੜੀ ਪਈ ਹੁੰਦੀ ਹੈ, ਜੋ ਜਾਤ ਪਾਤ ਦੇ ਸੰਗਲਾਂ ਵਿੱਚ ਪਏ ਹੋਏ ਹਨ। ਬਿਨ ਗੁਰ ਕਰੁਣਾ ਛੂਟਤ ਨਾਹੀ। ਗੁਰੂ ਦੀ ਕਿਰਪਾ ਤੋਂ ਬਿਨਾ ਇਹ ਸੰਗਲੀ, ਇਹ ਬੇੜੀ ਛੁੱਟਦੀ ਨਹੀਂ ਹੈ। ਬਚੇ ਪਰਹਿ ਪਰਵਾਰਨ ਮਾਹੀ। ਪਰਿਵਾਰਾਂ ਦੇ ਮੋਹ ਵਿੱਚ ਜੋ ਫਸੇ ਹੋਏ ਹਨ ਉਹ ਖਰਾਬ ਹੁੰਦੇ ਹਨ। ਉਹਨਾਂ ਦੇ ਪੈਰਾਂ 'ਚ ਜੋ ਮੋਹ ਰੂਪੀ ਬੇੜੀ ਪਈ ਹੋਈ ਆ ਉਹ ਛੁੱਟਦੀ ਖੁੱਲਦੀ ਨਹੀਂ ਹੈ। ਸੋ ਸਾਧ ਸੰਗਤ ਜੀ, ਇੱਥੇ ਇਤਿਹਾਸ ਸੰਪੂਰਨ ਹੋਇਆ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਜਾਤਿ ਕਾਨ ਗਾੜੀ ਪਗ ਬੇਰੀ। ਬੰਦੇ ਦੁਖ ਪ੍ਰਾਪਤ ਬਹੁ ਬੇਰੀ। ਬਿਨ ਗੁਰ ਕਰੁਣਾ ਛੂਟਤ ਨਾਹੀ। ਭਜੇ ਪਰਹਿ ਪਰਵਾਰਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।